ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਐਸਐਮਸੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਆਪ ਜਾਣਦੇ ਹੋ ਕਿ ਹਰ ਬੁੱਧਵਾਰ ਵੀਰ ਮਨਮੋਹਨ ਸਿੰਘ ਜੀ ਸਾਡੇ ਨਾਲ ਹਾਜ਼ਰੀ ਭਰ ਰਹੇ ਹਨ। ਅੱਜ ਦਾ ਉਹਨਾਂ ਦਾ ਵਿਸ਼ਾ ਭਾਈ ਮੰਝ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਭਾਈ ਮੰਝ ਜੀ ਉਹਨਾਂ ਗੁਰਸਿੱਖਾਂ, ਸਿੱਧਕੀ ਗੁਰਸਿੱਖਾਂ ਦੇ ਵਿੱਚੋਂ ਹਨ ਜਿਨ੍ਹਾਂ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਜਾਂ ਕਰਨ ਤੋਂ ਬਾਅਦ ਕਿਸੇ ਵੀ ਲੋਕ ਲਾਜ ਦੀ ਪਰਵਾਹ ਨਹੀਂ ਕੀਤੀ। ਲੋਕ ਕੀ ਕਹਿੰਦੇ ਹਨ, ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਅੱਜ ਦੀ ਸਾਡੀ ਸਿੱਖੀ ਲੋਕ ਲਾਜ ਦੇ ਉੱਤੇ ਖੜੀ ਹੈ। ਲੋਕਾਂ ਦੇ ਵੱਲ ਅਸੀਂ ਜ਼ਿਆਦਾ ਖਿਆਲ ਕਰਦੇ ਹਾਂ, ਗੁਰੂ ਦੀ ਗੱਲ ਅਸੀਂ ਘੱਟ ਸੁਣਦੇ ਹਾਂ। ਜਦਕਿ ਸਿੱਖ ਗੁਰੂ ਦਾ ਹੈ, ਲੋਕਾਂ ਦਾ ਨਹੀਂ। ਇਹ ਗੱਲ ਸਾਨੂੰ ਭਾਈ ਮੰਝ ਜੀ ਨੇ ਕਰਕੇ ਦਿਖਾਈ। ਤਾਂ ਭਾਈ ਮੰਝ ਜੀ ਦੇ ਜੀਵਨ ਨੂੰ ਅੱਜ ਅਸੀਂ ਵਿਚਾਰ ਕਰ ਰਹੇ ਹਾਂ। ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਵੀਰ ਮਨਮੋਹਨ ਸਿੰਘ ਜੀ ਸਾਨੂੰ ਉਹਨਾਂ ਦੇ ਜੀਵਨ ਬਾਰੇ ਰੋਸ਼ਨੀ ਪਾ ਰਹੇ ਹਨ, ਚਾਨਣਾ ਪਾ ਰਹੇ ਹਨ। ਵੀਰ ਮਨਮੋਹਨ ਸਿੰਘ ਜੀ, ਕਿਰਪਾ ਕਰੋ ਜੀ, ਅੱਜ ਦੀ ਵਿਚਾਰ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਇਸ ਕਲਾਸ ਵਿੱਚ ਹਾਜ਼ਰੀ ਭਰਤੇ ਸਮੂਹ ਗੁਰਸਿੱਖ ਮਾਈ ਭਾਈ ਵਡਭਾਗੀ ਜੀ ਹੋ, ਜੋ ਇਸ ਕਲਾਸ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖੀ ਗੌਰਵਮਈ ਜੋ ਵਿਰਸਾ ਹੈ, ਉਸ ਤੋਂ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵੱਡੇ ਭਾਗ ਹਨ ਜੋ ਸਾਨੂੰ ਗੁਰੂ ਕੀ ਸੰਗਤ ਕਰਨ ਦਾ ਮੌਕਾ ਜੋ ਹੈ ਉਹ ਮਿਲਦਾ ਹੈ। ਸੋ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਅੱਜ ਦਾ ਵਿਸ਼ਾ ਭਾਈ ਮੰਝ ਜੀ, ਉਹਨਾਂ ਦੇ ਜੀਵਨ ਦੀ ਵਿਚਾਰ ਕਰਨੀ ਹੈ, ਜਿਨ੍ਹਾਂ ਨੇ, ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਹਰ ਪੱਖ ਨੂੰ ਇੱਕ ਪਾਸੇ ਰੱਖ ਕੇ ਕੇਵਲ ਤੇ ਕੇਵਲ ਗੁਰੂ ਕੀ ਜੋ ਸਿੱਖੀ ਸੀ ਉਸ ਨੂੰ ਕਮਾਇਆ। ਸਮੇਂ ਦੇ ਹਾਲਾਤ ਕੀ ਸਨ, ਉਹਨਾਂ ਦਾ ਪਿਛੋਕੜ ਕੀ ਸੀ, ਉਹ ਕਿਸ ਕੱਦ ਦੇ ਮਾਲਕ ਸਨ, ਅਤੇ ਫਿਰ ਕਿਵੇਂ ਉਹਨਾਂ ਨੇ ਸਿੱਖੀ ਨੂੰ ਧਾਰਨ ਕੀਤਾ ਤੇ ਸਿੱਖੀ ਕਮਾਈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ। ਜਦੋਂ ਵੀ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ, ਸਿੱਖੀ ਪ੍ਰਤੀ ਦੁਨੀਆ ਦੇ ਦਾਨਸ਼ਵਰਾਂ ਦਾ ਇਹ ਖਿਆਲ ਹੈ ਕਿ ਸਿੱਖੀ ਇੱਕ ਇਹੋ ਜਿਹੀ ਵਿਚਾਰਧਾਰਾ ਹੈ ਜੋ ਹਰ ਇੱਕ ਮਨੁੱਖ ਨੂੰ ਇੱਕ ਸੰਪੂਰਨ ਮਨੁੱਖ ਬਣਾ ਦਿੰਦੀ ਹੈ। ਭਾਵੇਂ ਮਨੁੱਖ ਕਿਹੋ ਜਿਹਾ ਵੀ ਜੀਵਨ ਕਿਉਂ ਨਾ ਜਿਉਂਦਾ ਹੋਵੇ, ਜੇ ਕਦੇ ਵਿਕਾਰੀ ਹੈ ਨਿਰੰਕਾਰੀ ਬਣ ਜਾਵੇਗਾ, ਜੇ ਕਦੇ ਧਰਮੀ ਹੈ ਪਰ ਕਰਮਕਾਂਡੀ ਹੈ, ਕਰਮਕਾਂਡ ਛੱਡ ਕੇ ਸੱਚ ਧਰਮੀ ਬਣ ਜਾਵੇਗਾ। ਮਨੁੱਖਤਾ ਦਾ ਲੰਬਰਦਾਰ, ਮਨੁੱਖਤਾ ਦਾ ਪਹਿਰੇਦਾਰ, ਮਨੁੱਖਤਾ ਦੇ ਹੱਕਾਂ ਦੀ ਰਖਵਾਲੀ ਕਰਨ ਵਾਲਾ, ਸੇਵਾ ਸਿਮਰਨ ਸੱਚਾਈ ਸਿਦਕ ਸੰਜਮ ਦਇਆ ਪਰਉਪਕਾਰ ਦਾ ਮੁਜੱਸਮਾ ਬਣ ਜਾਵੇਗਾ। ਦੂਜੇ ਪਾਸੇ ਅਣਖ ਗੈਰਤ ਦਾ ਅਤੇ ਖਾਸ ਕਰਕੇ ਆਪਾ ਵਾਰਨ ਦੀ ਜੋ ਬਿਰਤੀ ਹੈ ਇਹਦੇ ਅੰਦਰ ਆ ਜਾਵੇਗੀ ਕਿ ਧਰਮ ਵਾਸਤੇ, ਮਨੁੱਖਤਾ ਦੇ ਭਲੇ ਦੇ ਵਾਸਤੇ ਆਪਾ ਵੀ ਵਾਰ ਜਾਂਦਾ ਹੈ। ਉਹਨਾਂ ਦੇ ਮੁਤਾਬਿਕ ਇਹੋ ਜਿਹੀ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਇੱਕ ਸੰਪੂਰਨ ਮਨੁੱਖ ਬਣਾ ਦਿੰਦੀ। ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਜੋ ਵੀ ਅਪਣਾਉਂਦਾ ਹੈ, ਵਿਚਾਰਦਾ ਹੈ, ਉਸ ਅਨੁਸਾਰ ਜੀਵਨ ਜਿਉਂਦਾ ਹੈ, ਉਹ ਸੰਸਾਰ ਦੇ ਇਤਿਹਾਸ ਵਿੱਚ ਇੱਕ ਸੰਪੂਰਨ ਮਨੁੱਖ ਦੇ ਰੂਪ ਵਿੱਚ ਵਿਚਰਦਾ ਹੈ ਅਤੇ ਪ੍ਰਭੂ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਵੀ ਹੋ ਜਾਂਦਾ ਹੈ। ਇਸ ਗੱਲ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ, ਪਰਾਇਆਂ ਦਾ ਅਨੁਮਾਨ ਸਿੱਖੀ ਮਹਾਂ। ਜਦੋਂ ਵੀ ਇਤਿਹਾਸ ਜਾਂ ਵਰਤਮਾਨ ਕਿਸੇ ਗੁਰਸਿੱਖ ਦੇ ਜੀਵਨ ਨੂੰ ਲੋਕੀ ਪੜ੍ਹਦੇ ਵਾਚਦੇ ਹਨ
ਤਾਂ ਉਹਨਾਂ ਵਿੱਚੋਂ ਇੱਕੋ ਸੰਪੂਰਨ ਮਨੁੱਖ ਦੀ ਝਲਕ ਜੋ ਹੈ ਉਹਨਾਂ ਨੂੰ ਦਿਸਦੀ ਹੈ। ਸਿੱਖ ਇਤਿਹਾਸ ਇਹੋ ਜਿਹੇ ਅਨੇਕਾਂ ਹੀ ਨਾਇਕਾਂ ਗੁਰਸਿੱਖਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦੇ ਜੀਵਨ ਚੋਂ ਸੇਵਾ, ਸਿਮਰਨ, ਪਰਉਪਕਾਰ, ਸੂਰਬੀਰਤਾ, ਕੁਰਬਾਨੀ, ਦਇਆ, ਨਿਮਰਤਾ, ਸਮਰਪਣ ਅਤੇ ਗੁਰੂ ਹੁਕਮ ਮੰਨਣ, ਰਜ਼ਾ ਚ ਰਾਜੀ ਰਹਿਣ ਦੇ ਪ੍ਰਤੱਖ ਪ੍ਰਮਾਣ ਦੇ ਝਲਕਾਰੇ ਜੋ ਹਨ ਉਹ ਨਜ਼ਰ ਆਉਂਦੇ ਹਨ। ਉਹਨਾਂ ਦਾ ਸਮਰਪਣ ਅਤੇ ਗੁਰੂ ਹੁਕਮਾਂ ਨੂੰ ਕਮਾਉਣ ਦੀ ਮਿਸਾਲ ਸੰਸਾਰ ਭਰ ਦੇ ਵਿੱਚ ਲੱਭਣੀ ਜੋ ਹੈ ਮੁਸ਼ਕਲ ਹੈ। ਭਾਵੇਂ ਕੁਝ ਸਮੇਂ ਲਈ ਉਹਨਾਂ ਮਹਾਨ ਗੁਰਸਿੱਖਾਂ ਨੇ ਔਕੜਾਂ, ਤਸੀਹੇ, ਤਕਲੀਫਾਂ, ਤਾਣੇ ਜ਼ਰੂਰ ਝੱਲੇ ਹੁੰਦੇ ਹਨ। ਆਪਾ ਕੁਰਬਾਨ ਕਰਨਾ ਪੈਂਦਾ ਹੈ, ਪਰ ਸੰਸਾਰ ਦੇ ਇਤਿਹਾਸ ਵਿੱਚ ਉਹ ਆਪਣੀ ਕਰਨੀ ਅਤੇ ਕਥਨੀ ਕਾਰਨ ਇੱਕ ਨਿਵੇਕਲੀ ਜੋ ਹੈ ਉਹ ਥਾਂ ਬਣਾ ਲੈਂਦੇ ਹਨ। ਉਹ ਸਦਾ ਲਈ ਜੀਵਤ ਹੋ ਜਾਂਦੇ ਹਨ ਅਤੇ ਸੰਸਾਰ ਚੋਂ ਚਾਨਣ ਮੁਨਾਰੇ ਦੇ ਰੂਪ ਦੇ ਵਿੱਚ ਸਦੀਵੀ ਤੌਰ ਤੇ ਉੱਤੇ ਚਮਕਦੇ ਰਹਿੰਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਜੀਵਨ ਤੋਂ ਰੋਸ਼ਨੀ ਤੇ ਸੇਧ ਜੋ ਹੈ ਉਹ ਲੈਂਦੀਆਂ। ਚੰਗੇ ਉੱਚੇ ਸੁੱਚੇ ਜੀਵਨ ਵਾਲੇ ਰਹਿਬਰ ਆਗੂ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ। ਕੌਮਾਂ ਦੀ ਉੱਨਤੀ, ਪ੍ਰਚਾਰ ਪ੍ਰਸਾਰ ਉਹਨਾਂ ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਦੀਆਂ ਘਾਲਨਾਵਾਂ ਜੀਵਨ ਰਹਿਣੀ ਬਹਿਣੀ ਤੋਂ ਪ੍ਰਭਾਵਿਤ ਹੋ ਕੇ ਨਵੀਆਂ ਪੀੜ੍ਹੀਆਂ ਧਰਮ ਪ੍ਰਤੀ ਸਮਰਪਣ ਹੁੰਦੀਆਂ ਹਨ ਅਤੇ ਕੌਮਾਂ ਹਰ ਪੱਖੋਂ ਚੜ੍ਹਦੀ ਕਲਾ ਵਾਲੇ ਪਾਸੇ ਜਾਂਦੀਆਂ ਹਨ। ਇਹ ਕਿਸੇ ਚੰਗੇ ਆਗੂ ਦਾ ਜੀਵਨ ਹੀ ਹੈ ਜੋ ਨਵੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਹੈ। ਸਿੱਖ ਧਰਮ 'ਚ ਇਹੋ ਜਿਹੇ ਹੀ ਇੱਕ ਮਹਾਨ ਗੁਰਸਿੱਖ ਹੋਏ ਹਨ, ਭਾਈ ਮੰਝ ਜੀ। ਉਹ ਇੱਕ ਇਹੋ ਜਿਹੇ ਗੁਰਸਿੱਖ ਸਨ ਜਿਨ੍ਹਾਂ ਨੇ ਸਿਦਕ, ਸਮਰਪਣ ਅਤੇ ਸੇਵਾ ਦੀ ਅੱਤ ਜੋ ਹੈ ਉਚਾਈ ਦੀ ਹੱਦ ਜੋ ਹੈ ਛੂ ਕੇ ਦੱਸੀ ਅਤੇ ਫਿਰ ਪਿਆਰਾ ਗੁਰੂ ਕਾ ਬਣਿਆ। ਗੁਰੂ ਕਾ ਪਿਆਰਾ ਬਣਨ ਵਾਸਤੇ ਵੱਡੀ ਘਾਲਨਾ ਸਿਰੜ ਜੋ ਸੀ ਉਹਨਾਂ ਨੇ ਸੰਸਾਰ ਦੇ ਅੰਦਰ ਉਹਦੀ ਮਿਸਾਲ ਕਾਇਮ ਕੀਤੀ। ਸਿਰਫ ਗੁਰੂ ਕਾ ਪਿਆਰਾ ਹੀ ਨਹੀਂ ਬਲਕਿ ਗੁਰੂ ਅਰਜਨ ਪਾਤਸ਼ਾਹ ਨੇ ਉਸ ਨੂੰ ਗੁਰੂ ਦਾ ਜਹਾਜ਼ ਦਾ ਖਿਤਾਬ ਦੇ ਕੇ ਨਿਵਾਜਿਆ। ਕਿਆ ਕਮਾਲ ਦਾ ਰੁਤਬਾ ਹੈ ਕਿ ਭੱਟ ਸਾਹਿਬਾਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਲਯੁਗ ਦੇ ਜਹਾਜ਼ ਹੋਣ ਦਾ ਰੁਤਬਾ ਦੇ ਰਹੇ ਹਨ, ਜਿਸ ਤੇ ਚੜ੍ਹ ਕੇ ਸ੍ਰਿਸ਼ਟੀ ਦੇ ਲੋਕੀ ਜੋ ਹਨ ਉਹ ਪਾਰ ਹੋ ਸਕਦੇ ਹਨ, ਭਵਜਲ ਤੋਂ ਪਾਰ ਲੰਘ ਸਕਦੇ ਹਨ। ਉਹਨਾਂ ਦੇ ਅਨੁਸਾਰ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ। ਪਰ ਦੂਜੇ ਪਾਸੇ ਉਹੀ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਪਾਤਸ਼ਾਹ ਆਪਣੇ ਉਸ ਮਹਾਨ ਗੁਰਸਿੱਖ ਭਾਈ ਮੰਝ ਨੂੰ ਗੁਰੂ ਦਾ ਜਹਾਜ਼ ਹੋਣ ਦਾ ਮਾਣ ਬਖਸ਼ਦੇ ਹਨ। ਪਰ ਇਸ ਅਵਸਥਾ ਤੱਕ ਪੁੱਜਣ ਲਈ ਭਾਈ ਮੰਝ ਜੀ ਦਾ ਜੀਵਨ ਬੜੀਆਂ ਹੀ ਘਾਲਨਾਵਾਂ ਭਰਿਆ ਹੈ। ਉਹਨਾਂ ਦੇ ਜੀਵਨ 'ਚ ਗੁਰੂ ਪ੍ਰਤੀ ਸਨੇਹ, ਤਿਆਗ, ਸੇਵਾ, ਸਿਮਰਨ, ਹੁਕਮ, ਰਜ਼ਾ, ਨਿਮਰਤਾ ਦੀ ਸਿਖਰ ਹੈ। ਮੁਸੀਬਤਾਂ ਦੇ ਟੁੱਟੇ ਹੋਏ ਪਹਾੜ, ਦੁੱਖ ਤਕਲੀਫਾਂ ਉਹਨਾਂ ਨੂੰ ਗੁਰੂ ਦੇ ਚਰਨਾਂ ਦੀ ਨਿੱਘ ਤੋਂ ਦੂਰ ਨਹੀਂ ਕਰ ਸਕੀਆਂ ਤੇ ਨਾ ਹੀ ਡੁਲਾ ਸਕੀਆਂ ਹਨ। ਭਾਈ ਮੰਝ ਜੀ ਪਹਾੜ ਦੀ ਤਰ੍ਹਾਂ ਅਡੋਲ ਗੁਰੂ ਪ੍ਰਤੀ ਸਮਰਪਿਤ ਰਹੇ ਅਤੇ ਸਿੱਖੀ ਕਮਾਉਂਦੇ ਰਹੇ। ਭਾਈ ਮੰਝ ਜੀ ਦਾ ਅਸਲੀ ਨਾਮ ਤੀਰਥਾ ਸੀ। ਉਹ ਪਿੰਡ ਕੰਗਮਾਈ ਗੜਦੀਵਾਲ ਤੋਂ ਜਿਹੜਾ ਅਗਲਾ ਪਿੰਡ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਉਹਨਾਂ ਦੀ ਗੋਤ ਮੰਝ ਦੱਸੀ ਜਾਂਦੀ ਹੈ। ਮੰਝ ਚੰਦਰਵਸ਼ੀ ਰਾਜਪੂਤਾਂ ਦੀ ਗੋਤ ਹੈ। ਭਾਈ ਮੰਝ ਜੀ ਆਪਣੀ ਵੰਸ਼ ਦੇ ਅਮੀਰ ਰਾਜਪੂਤ ਜ਼ਗੀਰਦਾਰ ਸਨ। ਇਤਿਹਾਸ ਅਨੁਸਾਰ ਪਹਿਲਾਂ ਸਾਰੇ ਮੰਝ ਹਿੰਦੂ ਸਨ। ਦੁਆਬਾ ਖੇਤਰ ਵਿੱਚ ਫਗਵਾੜਾ, ਫਿਲੌਰ, ਨਕੋਦਰ 'ਚ ਇਹਨਾਂ ਰਾਜਪੂਤਾਂ ਦਾ ਦਬਦਬਾ ਸੀ, ਰਾਜ ਭਾਗ ਸੀ। ਇਸ ਖੇਤਰ ਨੂੰ ਮੰਝ ਜੀ ਖੇਤਰ ਕਿਹਾ ਜਾਂਦਾ ਸੀ। ਇਹਨਾਂ ਦਾ ਮੁੱਖ ਦਰਬਾਰ ਜੰਡਿਆਲਾ ਮੰਝ ਦੀ ਸੀ। ਮੰਝ ਲੋਕੀ ਹੋਰ ਵੀ ਕਈ ਖੇਤਰਾਂ ਵਿੱਚ ਫੈਲੇ ਹੋਏ ਸਨ। ਇਸ ਵਿਦੇਸ਼ੀ ਹਮਲਿਆਂ ਤੋਂ, ਇਸਲਾਮਿਕ ਅਤੇ ਵਿਦੇਸ਼ੀ ਹਮਲਿਆਂ ਤੋਂ ਬਾਅਦ ਅਤੇ ਇਸਲਾਮ ਦੀ ਜੋ ਰਾਜ ਸਥਾਪਤੀ ਸੀ ਉਸ ਤੋਂ ਬਾਅਦ ਇਹਨਾਂ ਚੋਂ ਬਹੁਤੇ ਲੋਕੀ ਜੋ ਸਨ ਉਹ ਇਸਲਾਮ ਧਾਰਨ ਕਰ ਗਏ, ਭਾਵ ਆਪਣਾ ਜੋ ਮੂਲ ਧਰਮ ਸੀ ਉਸ ਨੂੰ ਛੱਡ ਗਏ। ਇਤਿਹਾਸ ਅਨੁਸਾਰ ਅਤੇ ਗਿਆਨੀ ਗਿਆਨ ਸਿੰਘ ਜੀ ਦੇ ਅਨੁਸਾਰ ਦੁਆਬੇ ਬਿਸ਼ਤ ਵਿੱਚ ਮੰਝ ਕੀ ਦਾ ਮੰਝ ਰਾਜਪੂਤ ਨਾਮ ਤੀਰਥਾ ਹਰ ਵੇਲੇ ਨਗਾਏ ਸਰਵਰ ਪੀਰ ਦੀ ਯਾਤਰਾ ਜਮਾਤ ਲੈ ਕੇ ਕਰਨ ਲਈ ਜਾਇਆ ਕਰਦੇ ਸਨ। ਭਾਈ ਮਣੀ ਸਿੰਘ ਜੀ ਦਾ ਕਹਿਣਾ ਹੈ ਕਿ ਭਾਈ ਮੰਝ ਇੱਕ ਧਨੀ ਚੌਧਰੀ ਸੀ। ਉਸ ਦੀ ਦੌਲਤ ਦੀਆਂ ਧੁੰਮਾਂ ਦੂਰ ਦੂਰ ਤੱਕ ਪਈਆਂ ਹੋਈਆਂ ਸਨ, ਭਾਵ ਉਹ ਬਹੁਤ ਹੀ ਅਮੀਰ ਸਨ। ਭਾਈ ਗੁਰਦਾਸ ਜੀ ਨੇ 11ਵੀਂ ਵਾਰ 'ਚ ਭਾਈ ਮੰਝ ਜੀ ਨੂੰ ਪ੍ਰਵਾਨ ਸਿੱਖ ਵਜੋਂ ਜੋ ਹੈ ਲਿਖਿਆ ਹੈ। ਮੰਝ ਪੁੰਨੂ ਪ੍ਰਵਾਨ ਹੈ। ਮਹਾਨ ਕੋਸ਼ ਅਨੁਸਾਰ ਭਾਈ ਮੰਝ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਨੰਦ ਸੇਵਕ ਸੀ, ਜੋ ਪਹਿਲਾਂ ਸਰਵਰੀਆ ਸੀ। ਇਹਨਾਂ ਨੂੰ ਸੁਲਤਾਨੀਆ ਵੀ ਕਿਹਾ ਜਾਂਦਾ ਸੀ। ਗੁਰਬਾਣੀ ਅਸਰ ਦੇ ਨਾਲ ਇਹ ਇੱਕ ਕਰਤਾਰ ਦਾ ਉਪਾਸ਼ਕ ਬਣਿਆ। ਪੰਜਾਬ ਦੇ ਲੋਕਾਂ ਨੂੰ ਇਸਲਾਮ 'ਚ ਲਿਆਉਣ ਲਈ ਜਿੱਥੇ
ਕਾਰਨ ਜੋ ਸਨ ਉਹ ਪੀਰ ਸਨ, ਫਕੀਰ ਸਨ। ਉੱਥੇ ਬਹੁਤਾ ਹੱਥ ਜੋ ਸੀ ਉਹ ਸਖੀ ਸਰਵਰੀਆਂ ਦਾ ਵੀ ਸੀ। ਬਹੁਤੀ ਹਿੰਦੂ ਵਸੋਂ ਦੇਖਣ ਨੂੰ ਹਿੰਦੂ ਸੀ, ਪਰ ਉਹ ਸਖੀ ਸਰਵਰਾਂ ਦੇ ਪ੍ਰਭਾਵ ਹੇਠ ਆ ਕੇ ਹਿੰਦੂਪੁਣਾ ਛੱਡ ਚੁੱਕੀ ਸੀ। ਇਸਲਾਮ 'ਚ ਦਾਖਲ ਹੋਣ ਲਈ ਸਰਵਰੀ ਹੋਣਾ ਪਹਿਲਾ ਕਦਮ ਸਮਝਿਆ ਜਾਂਦਾ ਸੀ। ਸਰਵਰੀਆਂ ਨੂੰ ਸੁਲਤਾਨੀ ਵੀ ਕਿਹਾ ਜਾਂਦਾ ਸੀ, ਕਿਉਂਕਿ ਇਸ ਲਹਿਰ ਦੇ ਚਲਾਉਣ ਵਾਲੇ ਜੋ ਬਾਨੀ ਸਨ ਉਹਨਾਂ ਨੂੰ ਸੁਲਤਾਨ ਦੇ ਜੋ ਖਿਤਾਬ ਦੇ ਨਾਲ ਨਿਵਾਜਿਆ ਹੋਇਆ ਸੀ। ਇਸਨੂੰ ਸੁਲਤਾਨ ਲਖਦਾਤਾ ਲਾਲਾ ਵਾਲਾ ਵੀ ਕਹਿੰਦੇ ਸਨ। 13ਵੀਂ ਸਦੀ ਦੇ ਇਸ ਪੀਰ ਨੂੰ ਸੁਲਤਾਨ ਦਾ ਅਸਲ ਨਾਮ ਜੋ ਸੀ ਉਹ ਸੈਯਦ ਅਹਿਮਦ ਸੀ। ਉਸ ਦਾ ਜਨਮ 1242 ਈਸਵੀ ਵਿੱਚ ਹੋਇਆ ਦੱਸਿਆ ਜਾਂਦਾ ਹੈ। ਉਸ ਦਾ ਪਿਤਾ ਬਗਦਾਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਿਸ ਨੇ ਆਪਣਾ ਟਿਕਾਣਾ ਕੁਝ ਚਿਰ ਬਾਅਦ ਮੁਲਤਾਨ ਦੇ ਲਾਗੇ ਪਿੰਡ ਸਿਆਲਕੋਟ ਵਿੱਚ ਕੀਤਾ ਹੈ, ਜੋ ਅੱਜ ਕੱਲ੍ਹ ਪਾਕਿਸਤਾਨ 'ਚ ਹੈ। ਛੋਟੀ ਉਮਰ 'ਚ ਹੀ ਸੈਯਦ ਅਹਿਮਦ ਬਾਰੇ ਇਹ ਪ੍ਰਸਿੱਧ ਕਰ ਦਿੱਤਾ ਗਿਆ ਸੀ ਕਿ ਉਸ ਨੂੰ ਖੁਦ ਹਜ਼ੂਰ ਸੁਲਤਾਨ ਦੇ ਦਰਸ਼ਨ ਹੋਏ ਹਨ ਤੇ ਅੱਲਾਹ ਹੁਕਮ ਕਰ ਗਿਆ ਹੈ ਕਿ ਥਾਂ ਥਾਂ ਦੇ ਉੱਤੇ ਪੀਰ ਖਾਨੇ ਜੋ ਹਨ ਉਹ ਕਾਇਮ ਕੀਤੇ ਜਾਣ। ਜਿਵੇਂ ਆਮ ਕਰਕੇ ਬਾਕੀ ਪੀਰਾਂ ਫਕੀਰਾਂ ਦੇ ਨਾਲ ਵੀ ਕਹਾਣੀਆਂ ਸਾਖੀਆਂ ਜੋੜੀਆਂ ਜਾਂਦੀਆਂ ਹਨ, ਇਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵੀ ਇਹ ਕਹਾਣੀਆਂ ਜੋ ਸਨ ਉਹ ਜੋੜੀਆਂ ਗਈਆਂ। ਪਿੰਡਾਂ ਸ਼ਹਿਰਾਂ 'ਚ ਕਈ ਥਾਵਾਂ ਤੇ ਪੀਰਖਾਨੇ ਕਾਇਮ ਕਰ ਦਿੱਤੇ ਗਏ। ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਇਕੱਠੇ ਹੁੰਦੇ, ਪੀਰ ਨੂੰ ਭੇਟ ਚੜਾਉਂਦੇ। ਪੀਰ ਦੀ ਮੁੱਖ ਭੇਟਾ ਜੋ ਸੀ ਉਹ ਰੋਟ, ਇੱਕ ਵੱਡੀ ਰੋਟੀ ਹੁੰਦੀ ਸੀ ਜਿਸ ਦਾ ਵਜ਼ਨ 1.25 ਮਣ ਦੇ ਲਗਭਗ ਦੱਸਿਆ ਜਾਂਦਾ ਸੀ। ਇਸ ਨੂੰ ਧਰਤੀ ਨੂੰ ਤਪਾ ਕੇ ਪਕਾਇਆ ਜਾਂਦਾ, ਗੁੜ ਨਾਲ ਇਹਨੂੰ ਚੋਪੜਿਆ ਜਾਂਦਾ। ਸੁਲਤਾਨ ਦਾ ਉਪਾਸ਼ਕ ਜੋ ਭਿਰਾਈ ਸੀ ਉਹ ਦਰੂਦ ਪੜ੍ਹ ਕੇ ਕੁਝ ਆਪ ਰੱਖ ਲੈਂਦਾ, ਬਾਕੀ ਜੋ ਸਨ ਉਹ ਉਪਾਸ਼ਕਾਂ ਦੇ ਵਿੱਚ ਵੰਡ ਦਿੰਦਾ ਸੀ। ਇਹ ਇਹਨਾਂ ਦੀ ਪੂਜਾ ਦਾ ਜੋ ਹੈ ਇੱਕ ਢੰਗ ਸੀ। ਸੁਲਤਾਨ ਦੀ ਮੌਤ 1291 ਦੇ ਵਿੱਚ ਹੋਈ ਦੱਸੀ ਜਾਂਦੀ ਹੈ। ਉਸ ਦੀ ਕਬਰ ਡੇਰਾ ਗਾਜੀ ਖਾਨ ਦੇ 22 ਮੀਲ ਪੱਛਮ ਵੱਲ ਨਗਾਹੇ ਬਣਾਈ ਗਈ। ਸੁਲਤਾਨੀਏ ਜ਼ਿਆਰਤ ਲਈ ਨਗਾਹੇ ਹੀ ਜਾਂਦੇ ਸਨ। ਇੱਥੇ ਹੀ ਸੁਲਤਾਨ ਦੀ ਬੀਵੀ ਬਾਈ ਦੀ ਕਬਰ ਵੀ ਹੈ। ਇਹ ਸਰਵਰੀਆਂ ਦਾ ਮੁੱਖ ਜੋ ਹੈ ਜ਼ਿਆਰਤ ਦਾ ਸਥਾਨ ਮੰਨਿਆ ਜਾਂਦਾ। ਸਰਵਰੀਆਂ ਦਾ ਪੂਜਾ ਵੱਡਾ ਪੀਰਖਾਨਾ ਜੋ ਹੈ ਉਹ ਵਜ਼ੀਰਾਬਾਦ ਦੇ ਕੋਲ ਧੋਕਲ ਪਿੰਡ 'ਚ ਹੈ। ਇਹ ਦੱਸਿਆ ਜਾਂਦਾ ਕਿ ਸੁਲਤਾਨ ਜੋ ਹੈ ਕੁਝ ਦੇਰ ਧੋਕਲ ਪਿੰਡ ਵਿੱਚ ਵੀ ਰੁਕਿਆ ਸੀ, ਇਸੇ ਕਰਕੇ ਸੁਲਤਾਨੀਆਂ ਨੂੰ ਧੋਕਲੀਆ ਵੀ ਕਿਹਾ ਜਾਂਦਾ ਹੈ। ਸਰਵਰੀਆਂ ਦਾ ਤੀਜਾ ਪ੍ਰਸਿੱਧ ਸਥਾਨ ਜੋ ਸੀ ਉਹ ਪਖੋਕੇ ਦੇ ਨੇੜੇ ਨਹਿਰ ਕਿਨਾਰੇ ਤਰਨਤਾਰਨ ਦੇ ਚੜ੍ਹਦੇ ਵੱਲ ਨਗਰ ਬੁੰਡਾਲਾ ਦੇ ਲਾਗੇ ਸੀ। ਕਿਹਾ ਜਾਂਦਾ ਸੀ ਕਿ ਇਹ ਨਹਿਰ ਸੁਲਤਾਨ ਦੇ ਯਤਨ ਨਾਲ ਹੀ ਬਣੀ ਸੀ। ਲੋਕਾਂ ਨੂੰ ਭਰਮਾਉਣ ਲਈ ਇਹ ਵੀ ਕਰਾਮਾਤ ਹੀ ਗਿਣੀ ਜਾਂਦੀ ਸੀ। ਇੱਥੇ ਇੱਕ ਖੂਹ ਵੀ ਹੈ ਜਿਸ ਦਾ ਇਸ਼ਨਾਨ ਜ਼ਰੂਰੀ ਮੰਨਿਆ ਜਾਂਦਾ ਸੀ। ਸਰਵਰੀਏ ਆਪਣੇ ਆਪਣੇ ਇਲਾਕੇ 'ਚ ਮੁਖੀ ਸਰਵਰੀਆਂ ਨੂੰ ਨਾਲ ਲੈ ਕੇ ਪੀਰ ਦਾ ਝੰਡਾ ਚੁੱਕੀ ਢੋਲ ਢਮੱਕਿਆਂ ਨਾਲ ਜੋ ਸੀ ਪੀਰ ਦੀ ਉਸਤਤ ਦੇ ਗੀਤ ਗਾਉਂਦੇ। ਹਰ ਸਾਲ ਪੀਰ ਦੀ ਜ਼ਿਆਰਤ ਲਈ ਨਗਾਹੇ ਹੁੰਦੇ ਸਨ। ਹੋਰ ਪੀਰਾਂ ਫਕੀਰਾਂ ਬਾਬਿਆਂ ਦੀ ਤਰ੍ਹਾਂ ਇਹਨਾਂ ਨਾਲ ਵੀ ਬੜੀਆਂ ਕਹਾਣੀਆਂ, ਬੜੀਆਂ ਕਰਾਮਾਤਾਂ, ਬੜੀਆਂ ਜੋ ਸਾਖੀਆਂ ਸਨ ਉਹ ਜੋੜ ਕੇ ਭਰਮ ਪਾਇਆ ਗਿਆ ਸੀ ਕਿ ਇਹਨਾਂ ਦੀ ਸੇਵਾ ਆਰਾਧਨਾ ਕਰਨ ਦੇ ਨਾਲ, ਇਹਨਾਂ ਤੇ ਵਿਸ਼ਵਾਸ ਲਿਆਉਣ ਦੇ ਨਾਲ ਰੋਗ ਕੱਟੇ ਜਾਂਦੇ ਹਨ। ਜ਼ਮੀਨ, ਧਨ, ਦੌਲਤ, ਪੁੱਤਰਾਂ ਦੀ ਦਾਤ ਦੇਣ ਵਾਲਾ ਹੈ ਇਹ ਪੀਰ। ਲਹਿਰਾਂ ਬਹਿਰਾਂ ਕਰਨ ਵਾਲਾ ਹੈ। ਪੀਰ ਦੀ ਜੋ ਸੀ ਉਹ ਦੂਰ ਦੂਰ ਤੱਕ ਉਸਤਤ ਫੈਲੀ ਹੋਈ ਸੀ ਤੇ ਨਾਲ ਫੈਲਾਈ ਜਾ ਰਹੀ ਸੀ। ਪਿੰਡਾਂ ਵਿੱਚ ਵੀ ਪੀਰਖਾਨਿਆਂ ਦੇ ਹਰ ਵੀਰਵਾਰ ਸਰਵਰੀਏ ਇਕੱਠੇ ਹੁੰਦੇ, ਢੋਲ ਢਮੱਕਿਆਂ ਨਾਲ ਪੀਰ ਦੀ ਉਸਤਤ ਕਰਦੇ, ਰੋਟ ਚੜਾਉਂਦੇ। ਸਖੀ ਸਰਵਰੀਆਂ ਦਾ ਜ਼ੋਰ ਜੋ ਸੀ ਉਹ ਪੰਜਾਬ ਦੀ ਧਰਤੀ ਤੇ ਆਲੇ ਦੁਆਲੇ ਜੋ ਸੀ ਉਹ ਵੱਧ ਰਿਹਾ ਸੀ। ਦੇਖਾ ਦੇਖੀ ਲੋਕੀ ਇਸਲਾਮ ਵੱਲ ਖਿੱਚੇ ਜਾ ਰਹੇ ਸਨ। ਇਸਲਾਮ ਜੋ ਸੀ ਉਹਨੂੰ ਧਾਰਨ ਕਰ ਰਹੇ ਸਨ। ਇਸ਼ਿਆਤ ਇਸਲਾਮ ਭਾਵ ਦੁਨੀਆ 'ਚ ਇਸਲਾਮ ਕਿਉਂ ਕਰਕੇ ਫੈਲਿਆ, ਇਸ ਕਿਤਾਬ ਦਾ ਲੇਖਕ ਮੌਲਾਨਾ ਹਬੀਬ ਉਲ ਰਹਿਮਾਨ ਜੋ ਹੈ ਉਹ ਲਿਖਦਾ ਹੈ ਕਿ ਨਿੱਤ ਹੀ ਕਿ ਜਾਣਾ ਕਿ ਇਸਲਾਮ ਬਜ਼ੋਰੇ ਸ਼ਮਸ਼ੀਰ ਫੈਲਿਆ, ਇਹ ਟੁਕਦਾ ਨਹੀਂ। ਉਸ ਦੇ ਅਨੁਸਾਰ ਇਸਲਾਮ ਦੇ ਫੈਲਣ 'ਚ ਜਿੱਥੇ ਉਸ ਦੇ ਉੱਚੇ ਸੁੱਚੇ ਅਸੂਲ ਹਨ, ਉੱਥੇ ਬਹੁਤਾ ਹਿੱਸਾ ਪੀਰਾਂ ਫਕੀਰਾਂ ਸਰਵਰਾਂ ਦਾ ਹੈ। ਪੰਜਾਬ 'ਚ ਤਾਂ ਇਹ ਇੱਕ ਗੱਲ ਮੂੰਹ ਬੋਲੀ ਹੁੰਦੀ ਸੀ ਕਿ ਜਿੰਨੇ ਮੁਸਲਮਾਨ ਬਾਬਾ ਫਰੀਦ ਦੀ ਮਿੱਠੀ ਜ਼ਬਾਨ ਨੇ ਬਣਾਏ ਨੇ, ਉਨੇ ਸ਼ਾਇਦ ਔਰੰਗਜ਼ੇਬ ਦੇ ਕਠੋਰ ਤਲਵਾਰ ਵੀ ਨਹੀਂ ਬਣਾ ਸਕੀ। ਤਲਵਾਰ ਦੇ ਜ਼ੋਰ, ਹਕੂਮਤ ਦਾ ਰੋਬ ਆਦਮੀ ਨੂੰ ਮਤਲਬ ਅਧੀਨ ਬਣਾ ਸਕਦਾ ਹੈ, ਪਰ ਧਰਮ ਦਾ ਨਾਂ ਲੈਣ ਤੋਂ ਨਹੀਂ ਰੋਕ ਸਕਦਾ। ਜ਼ਬਰ ਸ਼ਰੀਰ ਕਾਬੂ ਕਰ ਸਕਦਾ ਹੈ ਪਰ ਰੂਹ ਨਹੀਂ। ਹਬੀਬ ਉਲ ਰਹਿਮਾਨ ਦਾ ਕਥਨ ਕੁਝ ਹੱਦ ਤੱਕ ਠੀਕ ਹੈ, ਕਿਉਂਕਿ ਇਸਲਾਮ ਦੇ ਫੈਲਣ ਦਾ ਕਾਰਨ ਔਰੰਗਜ਼ੇਬ ਦੀ ਖੂਨੀ ਤਲਵਾਰ, ਜ਼ਬਰ ਜ਼ੁਲਮ ਦੇ ਨਾਲ ਨਾਲ ਪੀਰ ਫਕੀਰ ਸਰਵਰੀਏ ਵੀ ਸਨ। ਦੋ ਹੋਰ ਵੀ ਮੁੱਖ ਕਾਰਨ ਸਨ ਜਿਹਦੇ ਕਾਰਨ ਲੋਕੀ ਜੋ ਸਨ ਉਹ ਧੜਾਧੜ ਇਸਲਾਮ ਵੱਲ ਜਾ ਰਹੇ ਸਨ। ਉਹਦੇ ਵਿੱਚ ਉੱਚ ਜਾਤੀਆਂ ਦਾ ਨੀਵੀਆਂ ਜਾਤੀਆਂ ਦੇ ਨਾਲ ਨਫ਼ਰਤ ਅਤੇ ਧੱਕਾ, ਤੇ ਦੂਜਾ ਕਾਰਨ ਹਕੂਮਤ ਦਾ ਮੁਸਲਮਾਨਾਂ ਨੂੰ ਛੱਡ ਬਾਕੀਆਂ ਨਾਲ ਪੱਖਪਾਤ ਦਾ ਰਵੱਈਆ ਅਤੇ ਦਿੱਤਾ ਜਾਂਦਾ ਲਾਲਚ।
ਇਹ ਕੁਝ ਕਾਰਨ ਸਨ ਜਿਹਦੇ ਕਾਰਨ ਜੋ ਸੀ ਇਸਲਾਮ ਫੈਲ ਰਿਹਾ ਸੀ ਅਤੇ ਖਾਸ ਕਰਕੇ ਜੋ ਸਖੀ ਸਰਵਰੀਏ ਸਨ ਇਹ ਵੀ ਜੋ ਸਨ ਆਪਣਾ ਪੈਰ ਜੋ ਸਨ ਉਹ ਫੈਲਾ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਸਾਫ਼ ਦੇਖ ਰਿਹਾ ਸੀ ਕਿ ਲੋਕੀ ਇੱਕ ਰੱਬ ਦੀ ਬੰਦਗੀ ਨੂੰ ਛੱਡ ਕੇ ਪੀਰਾਂ ਫਕੀਰਾਂ ਕਬਰਾਂ ਬੁੱਤਾਂ ਦੇ ਉਪਾਸ਼ਕ ਬਣ ਰਹੇ ਹਨ। ਇਹ ਸਾਫ਼ ਸੀ ਕਿ ਕਿਸੇ ਸਮੇਂ ਸਰਵਰੀਆਂ ਦਾ ਪ੍ਰਭਾਵ ਪੀਰਾਂ ਫਕੀਰਾਂ ਦਾ ਪ੍ਰਭਾਵ ਇਤਨਾ ਵੱਧ ਸਕਦਾ ਹੈ ਕਿ ਪ੍ਰਮਾਤਮਾ ਧਰਮ ਦੀ ਗੱਲ ਹੀ ਨਾ ਚੱਲ ਸਕੇ। ਕਨ੍ਹਈਆ ਲਾਲ ਦਾ ਕਹਿਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਸਰਵਰ ਨਾਲ ਸੁਲਤਾਨ ਦੀ ਵੱਡੀ ਗੱਦੀ ਤੇ ਵੀ ਗਏ ਤੇ ਉਹਨਾਂ ਨੇ ਕਬਰਾਂ ਦੀ ਪੂਜਾ ਤੋਂ ਲੋਕਾਂ ਨੂੰ ਜੋ ਸੀ ਉਹ ਵਰਜਿਆ ਵੀ ਸੀ, ਰੋਕਿਆ ਵੀ ਸੀ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਨਾਲ ਹੀ ਇਹ ਵੱਧਦੇ ਪ੍ਰਭਾਵ ਨੂੰ ਜੋ ਲੋਕਾਂ ਨੂੰ ਗੁਰੂਡਮ ਵੱਲ ਲੈ ਕੇ ਜਾ ਰਿਹਾ ਸੀ, ਇੱਕ ਪ੍ਰਮਾਤਮਾ ਦੀ ਬੰਦਗੀ ਨਾਲ ਤੋੜ ਰਿਹਾ ਸੀ, ਪੀਰਾਂ ਕਬਰਾਂ ਮੱਠਾਂ ਦੇ ਨਾਲ ਜੋੜ ਰਿਹਾ ਸੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਰਤਾਰਪੁਰ ਤੋਂ ਖਡੂਰ ਸਾਹਿਬ ਵਾਲੇ ਪਾਸੇ ਭੇਜਿਆ ਅਤੇ ਫਿਰ ਗੋਇੰਦਵਾਲ ਸਾਹਿਬ ਜੋ ਸੀ ਸਿੱਖੀ ਦਾ ਨਵਾਂ ਕੇਂਦਰ ਜੋ ਸੀ ਉਹ ਕਾਇਮ ਕੀਤਾ। ਨਿਗਾਹੇ ਜਾਣ ਲਈ ਦੁਆਬੇ ਤੋਂ ਗੋਇੰਦਵਾਲ ਤੋਂ ਹੁੰਦੇ ਹੀ ਜਾਣਾ ਪੈਂਦਾ ਸੀ ਅਤੇ ਗੁਰੂ ਪਾਤਸ਼ਾਹ ਜੀ ਨੇ ਥਾਂ ਥਾਂ ਦੇ ਉੱਤੇ ਧਰਮ ਪ੍ਰਚਾਰ ਦੇ ਕੇਂਦਰ ਵੀ ਇਸੇ ਕਰਕੇ ਸਥਾਪਿਤ ਕੀਤੇ ਸਨ ਤਾਂ ਕਿ ਹਰ ਪਾਸੇ ਸਿੱਖੀ ਦਾ ਜੋ ਪ੍ਰਚਾਰ ਪ੍ਰਸਾਰ ਹੋ ਸਕੇ। ਗੁਰੂ ਅਰਜਨ ਪਾਤਸ਼ਾਹ ਜੀ ਤੱਕ ਪੰਜਾਬ ਸਖੀ ਸਰਵਰੀਆਂ ਦਾ ਬਹੁਤ ਜ਼ੋਰ ਸੀ ਤੇ ਪੰਜਾਬ ਦੇ ਹਰ ਪਿੰਡ ਵਿੱਚ ਪੀਰਖਾਨੇ ਸਨ। ਮੁਸਲਮਾਨ ਤੇ ਬਹੁਤ ਸਾਰੇ ਹਿੰਦੂ ਸੁਲਤਾਨ ਦੇ ਜੋ ਸਨ ਉਹ ਮੁਰੀਦ ਬਣ ਗਏ ਸਨ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸਭ ਕੁਝ ਦੇਖ ਕੇ ਹੀ ਅੰਮ੍ਰਿਤਸਰ ਦੇ ਨੇੜੇ ਹੀ ਸਿੱਖੀ ਦਾ ਇੱਕ ਹੋਰ ਕੇਂਦਰ ਤਰਨਤਾਰਨ ਸਾਹਿਬ ਜੋ ਸੀ ਉਸ ਦੀ ਵੀ ਸਥਾਪਨਾ ਕੀਤੀ ਤਾਂ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਰ ਵੀ ਵੱਧ ਸਕੇ ਤੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਦਾ ਪ੍ਰਚਾਰ ਜੋ ਕੀਤਾ ਜਾ ਸਕੇ। ਸਿੱਖੀ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਇਹਨਾਂ ਦੇ ਪ੍ਰਭਾਵ ਨੂੰ ਵੀ ਨੱਥ ਪਾਈ ਜਾ ਸਕੇ ਜੋ ਲੋਕਾਂ ਨੂੰ ਧਰਮ ਤੋਂ ਦੂਰ ਲਿਜਾ ਰਹੇ ਸਨ ਅਤੇ ਕਬਰਾਂ ਮੱਠਾਂ ਪੀਰਾਂ ਦੇ ਨਾਲ ਜੋੜ ਰਹੇ ਸਨ। ਸਰਵਰੀਏ ਨਗਾਏ ਜਾਣ ਤੋਂ ਪਹਿਲਾਂ ਸੁਲਤਾਨ ਦੇ ਚੇਲੇ ਫਤਿਹ ਦੀ ਕਬਰ ਪਖੋਕੇ ਤੋਂ ਹੋ ਕੇ ਜਾਂਦੇ ਸਨ। ਸੁਲਤਾਨ ਦੇ 3 ਮੁਖੀ ਸੇਵਕਾਂ ਦੀ ਔਲਾਦ ਜੋ ਸੀ ਉਹ ਪੂਜੀ ਜਾਂਦੀ ਸੀ ਜੋ ਅੱਗੇ ਲਗਭਗ 1650 ਵਿੱਚ ਜੋ ਹੈ ਵੰਡੀ ਹੋਈ ਸੀ ਤੇ ਫਤਿਹ 3 ਮੁਖੀ ਚੇਲਿਆਂ ਚੋਂ ਇੱਕ ਸੀ। ਹੁਣ ਕਮਾਲ ਦੀ ਗੱਲ ਇਹ ਹੈ ਕਿ ਇੱਕ ਪਾਸੇ 1650 ਦੇ ਲਗਭਗ ਉਹਨਾਂ ਦੇ ਪ੍ਰਚਾਰਕ ਹਿੱਸੇ ਜੋ ਬਣ ਚੁੱਕੇ ਸਨ ਜੋ ਲੋਕਾਂ ਨੂੰ ਸਖੀ ਸਰਵਰੀਆਂ ਵਾਲੇ ਪਾਸੇ ਜੋੜ ਰਹੇ ਸਨ ਤੇ ਦੂਜੇ ਪਾਸੇ ਗੁਰੂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਲੋਕਾਂ ਨੂੰ ਸੱਚ ਧਰਮ ਜੋ ਸੀ ਉਹ ਦ੍ਰਿੜ ਕਰਵਾ ਰਿਹਾ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਉਪਦੇਸ਼ ਜੋ ਸਨ ਉਹ ਸਾਰੇ ਇਲਾਕੇ ਦੇ ਸਰਵਰੀਆਂ ਨੂੰ ਜੋ ਉਹਨਾਂ ਦੇ ਚੁੰਗਲ ਚੋਂ ਕੱਢਣ ਵਾਸਤੇ ਸਨ। ਗੁਰੂ ਜੀ ਨੇ ਅਸਲ ਨਿਗਾਹ ਜੋ ਸੀ ਉਹ ਨਿਗਾਹੇ ਵਾਲੇ ਕਿਸੇ ਪੀਰ ਦੀ ਨਹੀਂ ਸਗੋਂ ਕਰਤਾਰ ਨਿਗਾਹਬਾਨ ਪਰਮਾਤਮਾ ਦੀ ਹੀ ਲੋਕਾਂ ਨੂੰ ਦੱਸੀ ਕਿ ਅਸਲ ਜੋ ਨਿਗਾਹ ਹੈ ਉਹ ਕਿਸੇ ਨਿਗਾਹੇ ਵਾਲੇ ਪੀਰ ਦੀ ਨਹੀਂ ਬਲਕਿ ਜੋ ਅਸਲ ਵਿੱਚ ਨਿਗਾਹਬਾਨ ਅਕਾਲ ਪੁਰਖ ਪਰਮਾਤਮਾ ਹੈ ਉਸੇ ਦੀ ਹੀ ਹੈ। ਉਹਨਾਂ ਦੀ ਨਿਗਾਹ 'ਚ ਆਉਣਾ ਹੀ ਗੁਰੂ ਪੀਰਾਂ ਦੀ ਚਾਕਰੀ ਰਜ਼ਾ 'ਚ ਰਾਜੀ ਰਹਿਣਾ ਉਸ ਦੀ ਨਿਗਾਹ ਹਾਸਲ ਕਰਨ ਲਈ ਪਹਿਲਾ ਕਦਮ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਸੀ ਕਿ ਉਸ ਪਰਮਾਤਮਾ ਦੀ ਬੰਦਗੀ ਹੈ। ਧਾਗੇ ਤਵੀਤ ਵੀਰਵਾਰ ਨੂੰ ਰੋਟ ਚੜਾਉਣ ਨਾਲ ਜਾਂ ਪੁੰਜੇ ਸੌਣ ਨਾਲ ਉਸ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਖਲਕ ਦੀ ਪੂਜਾ ਉਸ ਤੱਕ ਪੂਜਣ ਦਾ ਸਿੱਧਾ ਰਾਹ ਹੈ। ਗੁਰੂ ਜੀ ਦੇ ਪ੍ਰਚਾਰ ਪ੍ਰਸਾਰ ਦਾ ਅਸਰ ਜੋ ਸੀ ਉਹ ਸਿੱਖੀ ਜੋ ਸੀ ਉਹ ਵਧਣਾ ਸ਼ੁਰੂ ਹੋ ਗਈ। ਲੋਕਾਂ ਨੂੰ ਸੱਚ ਧਰਮ ਦੀ ਸੋਝੀ ਜੋ ਸੀ ਹੋਣ ਲੱਗੀ। ਗੁਰੂ ਘਰ ਦੀ ਚਰਚਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਪ੍ਰਭਤਾ ਜੋ ਸੀ ਉਹ ਹਰ ਪਾਸੇ ਫੈਲ ਗਈ। ਕੁਦਰਤੀ ਤੌਰ ਦੇ ਉੱਤੇ ਗੁਰੂ ਜੀ ਦੇ ਉਪਦੇਸ਼ ਜੋ ਸਨ ਇੱਕ ਅਕਾਲ ਪੁਰਖ ਨੂੰ ਮੰਨਣਾ ਉਸ ਦੀ ਬਣਾਈ ਲੋਕਾਈ ਨਾਲ ਪਿਆਰ ਕਰਨਾ ਸ਼ਬਦ ਨੂੰ ਪਛਾਣਨਾ ਹੀ ਅਸਲੀ ਧਰਮ ਹੈ। ਅਕਾਲ ਪੁਰਖ ਦੀ ਥਾਵੇਂ ਗੁੱਗਾ ਮੱਠ ਪੀਰਖਾਨੇ ਨੂੰ ਪੂਜਣਾ ਵਿਅਰਥ ਕਰਮ ਹੈ। ਇਹ ਸਭ ਜੜ ਪਦਾਰਥ ਹਨ। ਪਰਮਾਤਮਾ ਸੂਖਮ ਹੈ। ਪਰਮਾਤਮਾ ਤੱਕ ਪੁੱਜਣ ਦੀ ਇਹ ਰਾਹ ਨਹੀਂ ਜੋ ਲੋਕ ਅਪਣਾ ਰਹੇ ਹਨ। ਲੋਕੀ ਗੁਰੂ ਘਰ ਆਉਂਦੇ ਉਪਦੇਸ਼ ਸੁਣਦੇ ਮਨੁੱਖਤਾ ਦੀ ਸੇਵਾ ਹੁੰਦੀ ਦੇਖਦੇ ਆਤਮਿਕ ਤੇ ਸਰੀਰਕ ਤੌਰ ਦੇ ਉੱਤੇ ਤ੍ਰਿਪਤ ਹੋ ਰਹੇ ਸਨ। ਭਾਈ ਮੰਝ ਜੀ ਪੱਕੇ ਸਰਵਰੀਏ ਸਨ। ਕਈ ਪਿੰਡਾਂ 'ਚ ਚੌਧਰਤਾ ਵੀ ਸੀ। ਸਰਕਾਰ ਦੀ ਵੀ ਇਸੇ ਕਰਕੇ ਨਜ਼ਰੇ ਇਨਾਇਤ ਸੀ ਕਿਉਂਕਿ ਜੋ ਲੋਕੀ ਇਸਲਾਮ ਵਿੱਚ ਵਾਅਦਾ ਕਰ ਰਹੇ ਸਨ ਸਰਕਾਰ ਉਹਨਾਂ ਪੱਖੀ ਨਰਮ ਰਵੱਈਆ ਅਤੇ ਨਾਲ ਉਹਨਾਂ ਦੇ ਉੱਤੇ ਜੋ ਸੀ ਕਰਮ ਬਖਸ਼ਿਸ਼ ਭਾਵ ਉਹਨਾਂ ਨੂੰ ਜ਼ਰੂਰ ਥਾਪੜਾ ਦਿੰਦੀ ਸੀ। ਕਈ ਪਿੰਡਾਂ 'ਚ ਉਹਨਾਂ ਨੇ ਜੋ ਸਨ ਪੀਰਖਾਨੇ ਬਣਾਏ ਹੋਏ ਸਨ। ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਹੋਰ ਲੋਕੀ ਜੋ ਸਨ ਉਹ ਸਰਵਰੀ ਬਣ ਰਹੇ ਸਨ। ਇਹ ਜਥੇ ਦੀ ਸ਼ਕਲ ਵਿੱਚ ਨਿਕਲ ਕੇ ਪ੍ਰਚਾਰ ਕਰਦੇ ਪੀਰਖਾਨੇ ਬਣਾਉਂਦੇ ਅਤੇ ਇਤਿਹਾਸ ਅਨੁਸਾਰ ਘੱਟੋ ਘੱਟ ਜਥੇ ਦੇ ਵਿੱਚ 500 ਲੋਕਾਂ ਨੂੰ ਲੈ ਕੇ ਤੁਰਦੇ ਸਨ। ਇਤਨਾ ਉਹਨਾਂ ਦਾ ਅਸਰ ਰਸੂਖ ਸੀ। ਹਰ ਸਾਲ ਵੱਡਾ ਜਥਾ ਲੈ ਕੇ ਸੁਲਤਾਨ ਦੀ ਜ਼ਿਆਰਤ ਕਰਨ ਲਈ ਵੀ ਜਾਂਦੇ। ਇਲਾਕੇ ਵਿੱਚ ਮਾਨ ਸਨਮਾਨ ਵੀ ਜੋ ਸੀ ਬਹੁਤ ਸੀ, ਅਮੀਰੀ ਵੀ ਸੀ ਅਤੇ ਲੋਕੀ ਜੋ ਸਨ ਉਹ ਚੰਗਾ ਜੋ ਸੀ ਉਹਨਾਂ ਨੂੰ ਪਿਆਰ ਵੀ ਦਿੰਦੇ ਸਨ। ਮਾਲ ਅਸਬਾਬ ਧਨ ਦੌਲਤ ਵੀ ਬਹੁਤ ਸੀ। ਐਸ਼ ਪ੍ਰਸਤ ਤੇ ਖੁਸ਼ਹਾਲ ਜ਼ਿੰਦਗੀ ਵੀ ਸੀ। ਮਹਿਮਾ ਪ੍ਰਕਾਸ਼ ਅਨੁਸਾਰ ਭਾਈ ਮੰਝ ਜੀ ਨੇ
ਗੁਰੂ ਜੀ ਦੀ ਮਹਿਮਾ ਸੁਣੀ ਹੋਈ ਸੀ। ਸੁਭਾਵਕ ਵੀ ਸੀ, ਇੱਕ ਪਾਸੇ ਉਹ ਸਰਵਰੀ ਪ੍ਰਚਾਰਕ ਸਨ, ਉਹ ਸਰਵਰੀ ਪ੍ਰਭਾਵ ਜੋ ਸੀ ਉਹਨੂੰ ਫੈਲਾ ਰਹੇ ਸਨ, ਤੇ ਗੁਰੂ ਪਾਤਸ਼ਾਹ ਇੱਕ ਪ੍ਰਮਾਤਮਾ ਦਾ ਹੋਕਾ ਦੇ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਸਰਵਰੀਆਂ ਦੇ ਪੀਰਾਂ ਫਕੀਰਾਂ ਦੇ ਪ੍ਰਭਾਵ ਤੋਂ ਜੋ ਸੀ ਰੋਕਣ ਜਾਂ ਘਟਾਉਣ ਵਿੱਚ ਸਿਰਫ ਸਿੱਖੀ ਪ੍ਰਚਾਰ ਗੁਰੂ ਘਰ ਹੀ ਸੀ। ਜਦੋਂ ਗੁਰੂ ਬਾਣੀ ਦਾ ਕੀਰਤਨ ਸੁਣਿਆ, ਕਿਉਂਕਿ ਕੁਦਰਤੀ ਤੌਰ ਦੇ ਉੱਤੇ, ਸੁਭਾਵਕ ਤੌਰ ਦੇ ਉੱਤੇ ਉਹਨਾਂ ਨੂੰ ਵੀ ਇਸ ਗੱਲ ਦਾ ਜਦੋਂ ਪਤਾ ਲੱਗਾ ਕਿ ਲੋਕੀ ਸੱਖੀ ਸਰਵਰੀਆਂ ਦੇ ਪ੍ਰਭਾਵ ਚੋਂ ਨਿਕਲ ਕੇ ਗੁਰੂ ਅਰਜਨ ਪਾਤਸ਼ਾਹ ਵੱਲ ਜਾ ਰਹੇ ਹਨ, ਤਾਂ ਉਹਨਾਂ ਨੂੰ ਸੁਭਾਵਕ ਜੋ ਸੀ ਗੁਰੂ ਪਾਤਸ਼ਾਹ ਵਾਸਤੇ ਖਿੱਚ ਪੈਦਾ ਹੋਈ ਕਿ ਭਈ ਇਹ ਕੌਣ ਨੇ ਜਿਨ੍ਹਾਂ ਦਾ ਪ੍ਰਭਾਵ ਜੋ ਹੈ ਉਹ ਸਾਡੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਤੇ ਜਦੋਂ ਇਸ ਚੀਜ਼ ਦੀ ਉਹਨਾਂ ਨੇ ਖੋਜ ਸ਼ੁਰੂ ਕੀਤੀ, ਗੁਰੂ ਪਾਤਸ਼ਾਹ ਜੀ ਦੇ ਜੀਵਨ ਬਾਰੇ ਸੁਣਿਆ, ਗੁਰੂ ਜੀ ਪਾਤਸ਼ਾਹ ਦੇ ਬਾਰੇ ਵਿੱਚ ਜੋ ਸੀ ਉਹ ਉਹਨਾਂ ਨੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਇਤਿਹਾਸ ਅਨੁਸਾਰ ਜਦੋਂ ਗੁਰਬਾਣੀ ਦਾ ਕੀਰਤਨ ਸੁਣਿਆ, ਗੁਰਬਾਣੀ ਦੇ ਉਪਦੇਸ਼ ਸਿਧਾਂਤ ਸੁਣੇ, ਤਾਂ ਗੁਰੂ ਜੀ ਨਾਲ ਮਿਲਣ ਦਾ ਚਾਹ ਵੀ ਮਨ ਵਿੱਚ ਉਪਜਿਆ। ਇਹ ਪੁਰਾਤਨ ਹਵਾਲਿਆਂ ਅਨੁਸਾਰ ਹਰ ਏਕ ਦਿਨ ਸੁਣੀ ਗੁਰਬਾਣੀ, ਵੈਰਾਗ ਜੋਗ ਸੁੰਦਰ ਸਭ ਗਣੀ, ਲਗਾ ਮਰਮ ਮਨ ਉਰ ਉਪਜਾਨੀ, ਦਰਸ਼ਨ ਦੇਖਣ ਕੋ ਗੁਰ ਗਿਆਨੀ। ਹੁਣ ਮਨ ਦੇ ਅੰਦਰ ਇੱਕ ਚਾਹ ਵੀ ਸੀ ਕਿ ਉਸ ਸ਼ਖਸੀਅਤ ਨਾਲ ਜ਼ਰੂਰ ਮਿਲਿਆ ਜਾਵੇ ਜਿਸ ਦੇ ਸਿਫਤਾਂ ਜੋ ਨੇ ਉਹ ਲੋਕੀ ਕਰ ਰਹੇ ਨੇ, ਸਾਡੇ ਪ੍ਰਭਾਵ ਦੇ ਥੱਲੇੋਂ ਨਿਕਲ ਰਹੇ ਨੇ, ਅਤੇ ਆ ਕੇ ਸਰਵਰੀਏ ਦੀ ਥਾਂ ਉਹਨਾਂ ਦੀ ਜੋ ਹੈ ਮਹਿਮਾ ਕਰ ਰਹੇ ਨੇ। ਕੁਦਰਤੀ ਤੌਰ ਦੇ ਉੱਤੇ ਸਤਿਗੁਰੂ ਪਾਤਸ਼ਾਹ ਦਾ ਸੱਚ ਧਰਮ ਦਾ ਪ੍ਰਚਾਰ, ਮਨੁੱਖਤਾ ਪ੍ਰਤੀ ਪਿਆਰ ਅਤੇ ਮਨੁੱਖਤਾ ਲਈ ਕੀਤੀ ਜਾਂਦੀ ਸੇਵਾ ਦੇ ਕਾਰਨ ਹਰ ਪਾਸੇ ਸਤਿਗੁਰੂ ਪਾਤਸ਼ਾਹ ਜੀ ਦਾ ਚਰਚਾ ਸੀ। ਸਨ 1855 ਵਿੱਚ ਭਾਈ ਮੰਝ ਜੀ ਨਗਾਏ ਤੋਂ ਹੋ ਕੇ ਜਦੋਂ ਵਾਪਸ ਆ ਰਹੇ ਸਨ, ਤਾਂ ਅੰਮ੍ਰਿਤਸਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਏ। ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨ ਕਰਕੇ ਸੇਵਾ ਸਿਮਰਨ, ਰਹਿਣੀ ਬਹਿਣੀ, ਕਰਨੀ ਕਥਨੀ ਇੱਕ ਦੇਖ ਕੇ ਉਹਨਾਂ ਨੂੰ ਧਰਤੀ ਦੇ ਉੱਤੇ ਸਤਿਯੁਗ ਦਾ ਪ੍ਰਤੱਖ ਜੋ ਸੀ ਪ੍ਰਮਾਣ ਦਿਸਿਆ, ਅੰਦਰ ਨੂੰ ਟਿਕਾ ਮਿਲਿਆ। ਪਹਿਲੀ ਵਾਰ ਸੀ ਕਿ ਉਹਨਾਂ ਨੂੰ ਅੰਦਰ ਜੋ ਸੀ ਸ਼ਾਂਤੀ, ਤ੍ਰਿਪਤੀ ਲੱਭੀ, ਟਿਕਾ ਲੱਭਾ, ਅਤੇ ਜਥੇ ਸਮੇਤ ਗੁਰੂ ਜੀ ਕੋਲ ਹਾਜ਼ਰ ਹੋਏ ਤੇ ਭੇਟਾ ਰੱਖੀ ਤੇ ਸਿੱਖੀ ਦੀ ਦਾਤ ਮੰਗੀ। ਇਤਿਹਾਸ ਅਨੁਸਾਰ ਜਦੋਂ ਸਿੱਖੀ ਦੀ ਦਾਤ ਮੰਗ ਰਹੇ ਨੇ, ਭੇਟਾ ਰੱਖ ਰਹੇ ਨੇ, ਸਤਿਗੁਰ ਪਾਤਸ਼ਾਹ ਨੇ ਕਿਹਾ, ਭਲਿਆ ਪੁਰਸ਼ਾ, ਇਹ ਆਪਣੀ ਭੇਟਾ ਚੁੱਕ ਲੈ, ਤੂੰ ਕਿਸੇ ਹੋਰ ਦਾ ਸਿੱਖ ਹੈ, ਇਹ ਭੇਟਾ ਉਸ ਦੀ ਹੈ ਜਿਸ ਦਾ ਤੂੰ ਸਿੱਖ ਹੈ। ਕਿਆ ਕਮਾਲ ਦਾ ਕਿਰਦਾਰ ਸੀ ਕਿ ਜੇ ਕਿਤੇ ਤੂੰ ਸਾਡਾ ਸਿੱਖ ਨਹੀਂ ਤਾਂ ਫਿਰ ਇਹ ਭੇਟਾ ਉਸ ਦੀ ਹੈ ਜਿਸ ਦਾ ਤੂੰ ਸਿੱਖ ਹੈ। ਗੁਰੂ ਜੀ ਨੇ ਕਿਹਾ, ਭਾਈ ਪੁਰਸ਼ਾ, ਸਿੱਖੀ ਹੋਣਾ ਸਹਿਲ ਨਹੀਂ, ਤੂੰ ਸਿੱਖੀ ਮੰਗ ਰਿਹਾ ਹੈ, ਸਿੱਖੀ ਹੋਣਾ ਸਹਿਲ ਨਹੀਂ। ਸਿੱਖੀ ਵਾਲ ਨਾਲੋਂ ਬਰੀਕ ਤੇ ਖੱਡੇ ਦੀ ਧਾਰ ਨਾਲੋਂ ਤਿੱਖੀ ਹੈ। ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ਗੁਰ ਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਭੀੜੀ, ਉੱਠੇ ਟਿਕੇ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਕਿ ਬੜਾ ਬਰੀਕ ਰਸਤਾ ਹੈ, ਖੰਡੇ ਦੀ ਧਾਰ ਤੋਂ ਤਿੱਖਾ ਹੈ। ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਸਿੱਖੀ ਦਾ ਮੂਲ ਨਿਮਰਤਾ ਹੈ। ਗੁਰੂ ਜੀ ਕਹਿੰਦੇ, ਪੁਰਖਾ ਸਿੱਖੀ ਮੰਗਣ ਆਇਆ ਹੈ? ਕਹਿੰਦਾ, ਹਾਂ ਜੀ। ਗੁਰੂ ਜੀ ਕਹਿੰਦੇ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਜਦੋਂ ਉਹਨੇ ਕਿਹਾ ਹਾਂ ਜੀ, ਸਤਿਗੁਰਾਂ ਨੇ ਕੇਵਲ ਇੱਕ ਬਚਨ ਕੀਤਾ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ। ਭਾਂਡਾ ਅੰਦਰੋਂ ਭਰਿਆ ਹੈ, ਖਾਲੀ ਹੋਵੇ ਅੰਦਰੋਂ, ਫਿਰ ਵਸਤ ਅੰਦਰ ਜਾਵੇ, ਕਿ ਤੇਰੇ ਅੰਦਰ ਕੁਝ ਹੋਰ ਹੈ। ਭਾਈ ਮੰਝ ਜੀ ਗੁਰੂ ਪਾਤਸ਼ਾਹ ਜੀ ਦੇ ਇਸ ਬਚਨ ਨੂੰ ਸੁਣ ਕੇ ਕਹਿੰਦਾ, ਸਤਿਗੁਰੂ ਸਮਝਿਆ ਨਹੀਂ। ਗੁਰੂ ਜੀ ਕਹਿੰਦੇ, ਤੂੰ ਕਿਸੇ ਹੋਰ ਦਾ ਸਿੱਖ ਹੈ, ਤੂੰ ਸਰਵਰ ਆਪਣਾ ਪੀਰ ਬਣਾਇਆ ਹੋਇਆ ਹੈ, ਉਸ ਦਾ ਰਾਹ ਸੌਖਾ ਤੇ ਆਸਾਨ ਹੈ। ਤੂੰ ਕਬਰਾਂ ਦਾ ਪੁਜਾਰੀ ਹੈ, ਇੱਥੇ ਅਕਾਲ ਦੀ ਪੂਜਾ ਹੈ, ਇੱਥੇ ਰੋਟ ਭੇਟ ਨਹੀਂ ਚੜਦੇ, ਇੱਥੇ ਸੀਸਾਂ ਦੀ ਭੇਟ ਹੈ, ਵਿਕਾਰਾਂ ਦੀ ਭੇਟ ਚੜਦੀ ਹੈ। ਹੱਥ ਜੋੜ ਕਹਿੰਦਾ, ਸਤਿਗੁਰੂ ਜੀ ਛੱਡ ਦਿੱਤੇ, ਸਿੱਖੀ ਦੀ ਦਾਤ ਬਖਸ਼ੋ। ਸਤਿਗੁਰੂ ਜੀ ਕਹਿੰਦੇ, ਬੜਾ ਔਖਾ ਮਾਰਗ ਹੈ, ਇੱਥੇ ਲੋਕ ਲਾਜ ਤਜਣੀ ਪਵੇਗੀ। ਹੋ ਸਕਦਾ ਹੈ ਕਿ ਚੌਧਰਪੁਣਾ, ਐਸ਼, ਮਾਨ ਸਨਮਾਨ ਇਹ ਵੀ ਨਾ ਰਵੇ। ਅੱਜ ਜ਼ਮੀਨਾਂ, ਮਾਲ ਅਸਬਾਬ, ਨੌਕਰ, ਅਮੀਰੀ ਹੈ, ਕੱਲ ਹੋ ਸਕਦਾ ਹੈ ਸਭ ਕੁਝ ਚਲਾ ਜਾਏ ਤੇ ਗਰੀਬੀ ਆ ਜਾਵੇ। ਕਹਿੰਦਾ, ਗੁਰੂ ਜੀ ਤੁਸੀਂ ਅੰਗ ਸੰਗ ਹੋਣੇ ਚਾਹੀਦੇ ਹੋ। ਇਹ ਸੁਪਨੇ ਸਮਾਨ, ਧਨ, ਮਾਲ, ਸਨਮਾਨ ਕੋਈ ਪਰਵਾਹ ਨਹੀਂ, ਕੋਈ ਲੋੜ ਨਹੀਂ, ਜਾਂਦਾ ਹੈ ਜਾਂਦਾ ਰਵੇ, ਮੈਨੂੰ ਸਭ ਕੁਝ ਬਦਲੇ ਸਿੱਖੀ ਦੀ ਦਾਤ ਦਿਓ, ਤੁਹਾਡੇ ਚਰਨਾਂ ਦੀ ਪ੍ਰੀਤ ਪ੍ਰਵਾਨ। ਸਤਿਗੁਰੂ ਜੀ ਨੇ ਕਿਹਾ, ਪਹਿਲਾਂ ਉਹਨਾਂ ਦਾ ਤਿਆਗ ਕਰੋ ਜੋ ਸਿੱਖੀ ਵਿਰੁੱਧ ਹਨ। ਸਚਾਈ ਦੇ ਰਾਹ ਤੇ ਤੁਰਦਿਆਂ ਆਪ ਲੋਕਾਂ ਦੀ ਨਾਰਾਜ਼ਗੀ ਸਹਿਣੀ ਪੈਂਦੀ ਹੈ। ਜੇ ਇਹੋ ਜਿਹੀ ਕੁਰਬਾਨੀ ਕਰ ਸਕਦੇ ਹੋ ਤਾਂ ਸਿੱਖੀ ਦੇ ਰਾਹ ਦੇ ਉੱਤੇ ਤੁਰ ਸਕੋਗੇ। ਭਾਈ ਮੰਝ ਜੀ 7 ਵਚਨ ਕਹਿ ਕੇ ਗੁਰੂ ਜੀ ਦੇ ਚਰਨ ਪਕੜ ਕੇ ਕਹਿੰਦੇ, ਸੱਚੇ ਪਾਤਸ਼ਾਹ, ਹੁਣ ਬਸ ਇਹੀ ਇੱਕ ਘਰ ਹੈ, ਇਹੀ ਇੱਕ ਟਿਕਾਣਾ ਹੈ, ਸੱਚ ਦਾ ਰਾਹ ਲੱਭ ਗਿਆ ਹੈ ਜੋ ਪਰਮਾਤਮਾ ਦੇ ਸੱਚ ਘਰ ਤੱਕ ਲੈ ਕੇ ਜਾਵੇਗਾ। ਮੈਂ ਸਭ ਕੁਝ ਤਿਆਗਣ ਨੂੰ ਤਿਆਰ ਹਾਂ ਜੋ ਸਿੱਖੀ ਦੇ ਰਾਹ ਦੇ ਵਿੱਚ ਰੁਕਾਵਟਾਂ ਨੇ। ਭਾਈ ਮੰਝ ਜੀ ਅੰਮ੍ਰਿਤਸਰ ਤੋਂ ਗੁਰੂ ਜੀ ਦੀ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਆਪਣੇ ਪਿੰਡ ਆਏ। ਸਭ ਤੋਂ ਪਹਿਲਾਂ ਘਰ 'ਚ ਬਣਿਆ ਜੋ ਸੀ
ਉਹ ਕਬਰ, ਉਹ ਪੀਰਖਾਨਾ ਜੋ ਸੀ ਉਹ ਤੋੜ ਦਿੱਤਾ। ਗੁਰੂ ਪਿਆਰ ਵਾਲਿਓ, ਸੁਭਾਵਿਕ ਗੱਲ ਸੀ ਕਿ ਜਿਹੜਾ ਕਿਸੇ ਸੰਸਥਾ ਦਾ, ਕਿਸੇ ਸੈਕਟ ਦਾ ਮੋਢੀ ਪ੍ਰਚਾਰਕ ਹੋਵੇ, ਘਰ ਆਉਂਦਿਆਂ ਹੀ ਉਹਦੀ ਬੁਨਿਆਦੀ ਜੋ ਕੋਈ ਚੀਜ਼ ਹੈ ਉਸੇ ਨੂੰ ਹੀ ਢਾ ਦੇਵੇ ਤਾਂ ਬਹੁਤ ਵੱਡੀ ਹਾਹਾਕਾਰ ਮਚਣੀ ਸੁਭਾਵਿਕ ਸੀ। ਉਹਨਾਂ ਨੇ ਆਉਂਦਿਆਂ ਹੀ ਪੀਰਖਾਨਾ ਤੋੜ ਦਿੱਤਾ, ਕਬਰ ਤੋੜ ਦਿੱਤੀ। ਆਪ ਬਾਣੀ ਪੜ੍ਹਦੇ, ਸੰਗਤ ਸਜਾਉਂਦੇ, ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਹਰ ਪਾਸੇ ਚਰਚਾ ਹੋ ਗਈ। ਜਦੋਂ ਜਿਹੜਾ ਕੋਈ ਉਹਨਾਂ ਨੂੰ ਸਰਵਰੀ ਸਮਝ ਕੇ ਮਿਲਣ ਆਉਂਦਾ, ਅੱਗੇ ਦੇਖਦਾ ਪੀਰਖਾਨਾ ਨਹੀਂ, ਉਹ ਆਪ ਬਾਣੀ ਪੜ੍ਹ ਰਹੇ ਨੇ, ਸੇਵਾ ਕਰ ਰਹੇ ਨੇ ਤੇ ਉਲਟਾ ਸਿੱਖੀ ਸਮਝਾ ਰਹੇ ਨੇ। ਸਰਵਰੀਏ ਵੀ ਆ ਪੁੱਜੇ, ਰੋਕਣ ਤੇ ਸਮਝਾਉਣ ਲੱਗੇ। ਸਰਕਾਰੀ ਦਬਾਅ ਵੀ ਸੁਭਾਵਿਕ ਸੀ। ਬਰਾਦਰੀ ਭਾਈਚਾਰਾ ਵੀ ਜੋ ਸੀ ਉਹ ਵਿਰੁੱਧ ਦੇ ਵਿੱਚ ਖੜਾ ਹੋ ਗਿਆ। ਘਰ ਸਰਕਾਰ ਪਰਿਵਾਰ ਨੇ ਵੀ ਸਮਝਾਉਣ ਦਾ ਯਤਨ ਕੀਤਾ, ਪਰ ਕੋਈ ਅਸਰ ਨਹੀਂ। ਸਿੱਖੀ ਦੀ ਇਹੋ ਜਿਹੀ ਜਾਗ ਤੇ ਲਾਗ ਲੱਗੀ ਕਿ ਸਰਵਰੀ ਬਿਰਤੀ ਦੀ ਜੜ ਹੀ ਪੁੱਟੀ ਗਈ ਸੀ। ਬਰਾਦਰੀ ਭਾਈਚਾਰੇ, ਹਾਕਮ ਸ਼੍ਰੇਣੀ ਨੇ ਰਲ ਕੇ ਚੌਧਰਤਾ ਤੋਂ ਲਾਂਭੇ ਕਰ ਦਿੱਤਾ। ਇਤਿਹਾਸ ਦੇ ਵਿੱਚ ਲੱਭਦਾ ਹੈ ਕਿ ਜਦੋਂ ਸਮੇਂ ਦੀ ਸਰਕਾਰ ਨੇ ਭਾਈ ਮਨ ਜੀ ਦੀ ਪਦਵੀ ਖਸ ਲਈ, ਦੁਆਬੇ ਵਿੱਚ ਜਗੀਰ ਜ਼ਬਤ ਕਰ ਲਈ, ਤਾਂ ਭਾਈਆਂ ਨੇ ਵੀ ਸਮਝਾਇਆ ਕਿ ਪੀਰ ਕੋ ਸਿਜਦਾ ਕਰ, ਬਖਸ਼ਾਏ, ਸਿੱਖੀ ਛੱਡ ਦੇ। ਤਾਂ ਭਾਈ ਜੀ ਨੇ ਕਿਹਾ, ਮਨ ਮੰਨੇ ਸੋ ਹੋਏ, ਮੇਰਾ ਜਿਉ ਜਾਏ ਤੋ ਜਾਏ, ਮੈਂ ਸਿੱਖ ਪੂਰੇ ਕਾ ਹੂੰ, ਮੈਂ ਸਿੱਖੀ ਨਹੀਂ ਛੱਡਨੇ ਕਾ। ਕਹਿਣ ਲੱਗੇ, ਭਲਿਓ, ਮੈਂ ਪੂਰੇ ਗੁਰੂ ਦਾ ਸਿੱਖ ਬਣ ਗਿਆ ਹਾਂ, ਹੁਣ ਮੇਰਾ ਸਭ ਕੁਝ ਜਾਂਦਾ ਰਵੇ, ਮੈਂ ਸਿੱਖੀ ਜੋ ਹੈ ਉਹਨੂੰ ਛੱਡਣਾ ਨਹੀਂ, ਮੈਂ ਉਹਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ। ਗੁਰੂ ਪਿਆਰ ਵਾਲਿਓ, ਹਾਲਾਤ ਇਹ ਬਣ ਗਏ ਕਿ ਉਹਨਾਂ ਨੂੰ ਚੌਧਰਤਾ ਤੋਂ ਕੱਢ ਦਿੱਤਾ ਗਿਆ। ਫਿਰ ਵੀ ਉਹ ਅਡੋਲ ਹਨ, ਬੇਪਰਵਾਹ ਵਿਚਰ ਰਹੇ ਹਨ, ਸਿੱਖੀ ਕਮਾ ਰਹੇ ਸਨ। ਆਖਰ ਕੁਝਾਂ ਨੇ ਰੋਹ ਪਾਣਾ ਸ਼ੁਰੂ ਕੀਤਾ। ਦੇਣਦਾਰ ਜੋ ਸਨ ਉਹਨਾਂ ਨੇ ਮੂੰਹ ਫੇਰ ਲਿਆ। ਜਿਨ੍ਹਾਂ ਤੋਂ ਕੁਝ ਲੈਣਾ ਸੀ ਉਹ ਮੁਨੱਕਰ ਹੋ ਗਏ, ਜਿਨ੍ਹਾਂ ਦੇ ਦੇਣਾ ਸੀ ਉਹ ਰੋਹ ਜਮਾਉਣ ਲੱਗੇ। ਮਾਲ ਡੰਗਰ ਸਮਾਨ ਨਾਲ ਵਸੂਲੀ ਕਰਨ ਲੱਗੇ। ਕੁਦਰਤੀ ਤੌਰ ਦੇ ਉੱਤੇ ਕੁਝ ਮਾਲ ਡੰਗਰ ਮਰ ਵੀ ਗਿਆ। ਘਰ ਵਿੱਚ ਅੱਤ ਦੀ ਗਰੀਬੀ ਆ ਪੁੱਜੀ। ਸ਼ਰੀਕਾਂ ਦੇ ਤਾਣੇ ਮੈਨੇ ਵੀ ਸ਼ੁਰੂ ਹੋ ਗਏ। ਆਖਰ ਉਹਨਾਂ ਨੂੰ ਉਸ ਪਿੰਡ ਦੇ ਵਿੱਚੋਂ ਵੀ ਭਰਾਵਾਂ ਨੇ ਕੱਢ ਦਿੱਤਾ, ਬਰਾਦਰੀ ਨੇ ਕੱਢ ਦਿੱਤਾ ਕਿ ਜੇ ਕਦੇ ਤੁਸੀਂ ਸਖੀ ਸਰਵਰੀਏ ਪੀਰ ਦੇ ਨਹੀਂ ਤਾਂ ਤੁਸੀਂ ਇਸ ਪਿੰਡ ਵਿੱਚ ਵੀ ਨਹੀਂ ਰਹਿ ਸਕਦੇ। ਉੱਥੋਂ ਕੱਢ ਦਿੱਤਾ ਗਿਆ। ਇਤਿਹਾਸ ਦੱਸਦਾ ਹੈ, ਆਖਰ ਆਪਣੇ ਪਿੰਡ ਤੋਂ 11 ਮੀਲ ਦੂਰ ਝਾਂਗ ਸ਼ਹਿਰ ਆ ਕੇ ਮਜ਼ਦੂਰੀ ਤੇ ਨੌਕਰੀ ਕਰਨ ਲੱਗੇ, ਘਾਹ ਵੇਚਣ ਲੱਗੇ। ਪਰ ਕੋਈ ਰੋਸ ਨਹੀਂ, ਕੋਈ ਸ਼ਿਕਵਾ ਨਹੀਂ, ਰਜ਼ਾ 'ਚ ਰਹਿ ਕੇ ਸਿੱਖੀ ਕਮਾਉਂਦੇ ਰਹੇ। ਸੇਵਾ ਕੇਵਲ ਉਹਨਾਂ ਦੇ ਮੁਤਾਬਕ ਸੇਵਾ ਜੋ ਸੀ ਉਹ ਕੇਵਲ ਧਨ ਪਦਾਰਥ ਨਹੀਂ ਸਨ, ਅਤੇ ਉਹ ਇਹ ਗੱਲ ਕਹਿੰਦੇ ਸਨ ਕਿ ਜੋ ਸੇਵਾ ਹੈ ਉਹ ਧਨ ਪਦਾਰਥ ਸੇਵਾ ਨਹੀਂ ਹੋ ਸਕਦੀ। ਭਾਵੇਂ ਲੋਕੀ ਮਿਹਨਤ ਦੇ ਰਹੇ ਸਨ, ਉਹ ਇਹ ਗੱਲ ਕਹਿ ਰਹੇ ਸਨ ਕਿ ਮਨ ਵੇਚ ਕੇ ਹੀ ਸੇਵਾ ਕੀਤੀ ਜਾ ਸਕਦੀ ਹੈ। ਭਾਈ ਜੀ ਪਿੰਡ ਤੋਂ ਜਿੱਥੇ ਵੀ ਰਹਿੰਦੇ, ਸੰਗਤਾਂ ਕਰਦੇ, ਇਲਾਕਾ ਵਾਸੀਆਂ ਨੂੰ ਸਮਝਾਉਂਦੇ, ਇੱਕ ਪ੍ਰਮਾਤਮਾ ਦੇ ਉਪਾਸ਼ਕ ਬਣੋ, ਜਾਦੂ ਟੂਣੇ, ਪੀਰਾ ਫਕੀਰਾਂ ਨੂੰ ਛੱਡੋ, ਇਸ ਵਿੱਚ ਹੀ ਅਸਲੀ ਆਤਮਿਕ ਸੁੱਖ ਹੈ। ਭਾਵੇਂ ਭਾਈ ਜੀ ਨੂੰ ਬਰਾਦਰੀ ਚੋਂ ਹੀ ਛੇਕ ਦਿੱਤਾ ਸੀ, ਪਰ ਇਸ ਦਾ ਭਾਈ ਮਨ ਜੀ ਦੇ ਉੱਤੇ ਕੋਈ ਅਸਰ ਨਹੀਂ ਸੀ। ਭਾਈ ਸਾਹਿਬ ਜੀ ਦੇ ਜੀਵਨ ਨਿਤ ਦੀ ਕਿਰਿਆ ਦੀ ਖਬਰ ਜੋ ਸੀ ਉਹ ਗੁਰੂ ਪਾਤਸ਼ਾਹ ਕੋਲ ਪੁੱਜੀ ਕਿ ਭਾਈ ਮਨ ਜੋ ਨੇ ਉਹ ਸਿੱਖੀ ਨੂੰ ਬਾਖੂਬੀ ਕਮਾ ਰਹੇ ਨੇ। ਉਹਨਾਂ ਦੇ ਜੋ ਹਾਲਾਤ ਤਰਸਯੋਗ ਹਨ, ਪਰ ਉਹਨਾਂ ਦੇ ਅੰਦਰ ਜੋ ਸਿੱਖੀ ਸਿਦਕ ਹੈ ਉਹ ਪੱਕਾ ਹੈ। ਇੱਕ ਵਾਰ ਗੁਰੂ ਜੀ ਨੇ ਕਿਸੇ ਸਿੱਖ ਹਾਤੀ ਖਤ ਭੇਜ ਕੇ ਭਾਈ ਮਨ ਜੀ ਵੱਲ ਭੇਜਿਆ। ਖਤ ਮਿਲਦਿਆਂ ਹੀ ਭਾਈ ਜੀ ਬਹੁਤ ਖੁਸ਼ ਹੋਏ, ਅੱਖਾਂ ਦੇ ਵਿੱਚ ਨੀਰ ਸੀ। ਮਨ 'ਚ ਸੋਚਦੇ ਹਨ ਕਿ ਅੱਜ ਕੋਲ ਕੁਝ ਨਹੀਂ ਕਿ ਗੁਰੂ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਕੁਝ ਭੇਟਾ ਦੇ ਕੇ ਪ੍ਰਾਪਤ ਕਰਾਂ। ਤੇ ਫਿਰ ਜਦੋਂ ਉਹ ਹੁਕਮਨਾਮਾ ਕੱਢਿਆ, ਖੋਲਿਆ, ਤਾਂ ਇਤਿਹਾਸ ਅਨੁਸਾਰ ਉਹਦੇ ਵਿੱਚ ਲਿਖਿਆ ਸੀ, ਭਾਈ ਮਨ ਤੈਨੂੰ ਕਰਤਾਰ ਚਿੱਤ ਆਵੇ। ਬੜੇ ਖੁਸ਼ ਹੋਏ। ਮਨ 'ਚ ਸੋਚਦੇ ਹਨ, ਕਿਤਨੇ ਭਾਗਾ ਵਾਲਾ ਹਾਂ ਜੋ ਗੁਰੂ ਜੀ ਨੇ ਮੈਨੂੰ ਯਾਦ ਰੱਖਿਆ ਹੋਇਆ ਹੈ। ਉਹ ਗੁਰੂ ਹੁਕਮਾਂ 'ਚ ਨਿਰੰਤਰ ਸਿੱਖੀ ਕਮਾਉਂਦੇ ਰਹੇ। ਫਿਰ ਇੱਕ ਦਿਨ ਗੁਰੂ ਜੀ ਦਾ ਸੁਨੇਹਾ ਮਿਲਿਆ, ਜਿਸ ਰਾਹੀਂ ਗੁਰੂ ਜੀ ਨੇ ਅੰਮ੍ਰਿਤਸਰ ਬੁਲਾਇਆ ਸੀ ਕਿ ਤੁਹਾਡੀ ਸੇਵਾ ਦੀ ਲੋੜ ਹੈ। ਭਾਈ ਜੀ ਬਹੁਤ ਖੁਸ਼ ਹੋਏ। ਬੜਾ ਚਾਅ ਚੜਿਆ ਭਾਈ ਮਨ ਜੀ ਨੂੰ ਕਿ ਗੁਰੂ ਜੀ ਨੇ ਮੈਨੂੰ ਸੇਵਾ ਦੇ ਕਾਬਿਲ ਸਮਝਿਆ ਹੈ। ਉਹ ਵਿਅਕਤੀ ਜਿਹਦੀ ਚੌਧਰਤਾ ਚਲੀ ਗਈ, ਜਿਹਦਾ ਮਾਲ ਸਵਾਬ ਚਲਾ ਗਿਆ, ਜਿਹਦਾ ਮਾਨ ਸਨਮਾਨ ਚਲਾ ਗਿਆ, ਜਿਹਦੇ ਕੋਲੋਂ ਅਮੀਰੀ, ਨੌਕਰਸ਼ਾਹੀ ਠਾਠ-ਬਾਠ ਖਤਮ ਹੋ ਗਈ, ਅੱਤ ਦੀ ਗਰੀਬੀ ਹੈ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਗੁਰੂ ਨੇ ਚੇਤੇ 'ਚ ਰੱਖਿਆ ਹੈ, ਗੁਰੂ ਨੇ ਮੈਨੂੰ ਸੇਵਾ ਦੇ ਕਾਬਿਲ ਸਮਝਿਆ ਹੈ। ਭਾਈ ਸਾਹਿਬ ਜੀ ਅੰਮ੍ਰਿਤਸਰ ਗੁਰੂ ਪਾਤਸ਼ਾਹ ਜੀ ਕੋਲ ਪੁੱਜੇ। ਸਤਿਗੁਰੂ ਜੀ ਨੇ ਗੁਰੂ ਘਰ ਦੀ ਸੇਵਾ ਚਲਾ ਦਿੱਤੀ। ਰੋਜ਼ ਦੀ ਸੰਗਤ ਦੀ ਕਿਰਿਆ, ਕੀਰਤਨ ਕਥਾ, ਬਾਣੀ ਪੜਨ ਤੋਂ ਬਾਅਦ ਗੁਰੂ ਕੇ ਲੰਗਰਾਂ ਵਾਸਤੇ ਲੱਕੜ ਲੈ ਕੇ ਆਉਂਦੇ ਹਾਂ। ਜੰਗਲਾਂ ਚੋਂ ਲੱਕੜਾਂ ਲਿਆਉਣੀਆਂ, ਲੰਗਰ ਦੀ ਸੇਵਾ ਕਰਨੀ। ਲੰਗਰ ਦੀ ਸੇਵਾ ਭਾਈ ਸਾਹਿਬ ਜੀ ਬੜੇ ਚਾਅ ਦੇ ਨਾਲ ਕਰਦੇ ਸਨ। ਇੱਕ ਦਿਨ ਲੰਗਰ ਲਈ ਲੱਕੜਾਂ ਲੈ ਕੇ ਆ ਰਹੇ ਸਨ
ਕਿ ਅੱਤ ਦੀ ਹਨੇਰੀ ਚਲੀ, ਭਾਈ ਸਾਹਿਬ ਬਾਣੀ ਪੜ੍ਹਦੇ, ਲੱਕੜਾਂ ਸਿਰ ਤੇ ਚੁੱਕੀ ਚਲਦੇ ਚਲਦੇ ਇੱਕ ਖੂਹ ਵਿੱਚ ਡਿੱਗ ਪਏ। ਕਿਸੇ ਨੇ ਖੂਹ ਚੋਂ ਬਾਣੀ ਦੀ ਆਵਾਜ਼ ਸੁਣੀ, ਉਧਰ ਅੰਧੇਰਾ ਵੀ ਹੋ ਰਿਹਾ ਸੀ। ਹੁਣ ਕਮਾਲ ਇਸ ਗੱਲ ਦੀ ਸੀ ਕਿ ਇੱਕ ਪਾਸੇ ਇਤਨੀ ਅਮੀਰੀ ਸ਼ਾਹੀ ਠਾਠ-ਬਾਠ, ਇੱਕ ਕਿਸੇ ਫਿਰਕੇ ਦੇ ਵੱਡੇ ਮੁਖੀ, ਲੋਕਾਂ ਦਾ ਆਦਰ ਮਾਨ ਸਰਕਾਰ, ਸਭ ਕੁਝ ਛੱਡ ਕੇ ਗੁਰੂ ਘਰ ਦੀ ਸੇਵਾ ਚ ਆਏ ਹਨ ਅਤੇ ਗੁਰੂ ਕੇ ਝੂਠੇ ਲੰਗਰਾਂ ਦੇ ਝੂਠੇ ਬਰਤਨ ਮਾਂਜ ਰਹੇ ਹਨ, ਗੁਰੂ ਕੀ ਸੰਗਤਾਂ ਦੀ ਸੇਵਾ ਕਰ ਰਹੇ ਹਨ, ਫਿਰ ਸਿਰ ਦੇ ਉੱਤੇ ਲੱਕੜਾਂ ਢੋਕੇ ਗੁਰੂ ਕੇ ਲੰਗਰਾਂ ਦੇ ਵਾਸਤੇ ਲੈ ਕੇ ਆ ਰਹੇ ਹਨ। ਇਹ ਗੁਰੂ ਪ੍ਰਤੀ ਅੰਦਰ ਜੋ ਉਪਜਿਆ ਹੋਇਆ ਪਿਆਰ ਹੀ ਸੀ। ਜਦੋਂ ਇੱਕ ਦਿਨ ਇਹ ਲੱਕੜਾਂ ਲੈ ਕੇ ਆ ਰਹੇ ਹਨ ਤਾਂ ਇਤਿਹਾਸ ਦੱਸਦਾ ਹੈ ਕਿ ਬਹੁਤ ਹਨੇਰੀ ਝੁੱਲੀ, ਚਲਦੇ ਚਲਦੇ ਇੱਕ ਖੂਹ ਦੇ ਵਿੱਚ ਡਿੱਗ ਪਏ। ਕਿਸੇ ਨੇ ਖੂਹ ਚੋਂ ਬਾਣੀ ਦੀ ਆਵਾਜ਼ ਸੁਣੀ, ਉਧਰ ਅੰਧੇਰਾ ਵੀ ਹੋ ਰਿਹਾ ਸੀ। ਗੁਰੂ ਘਰ ਸੁਨੇਹਾ ਜੋ ਹੈ ਦਿੱਤਾ ਗਿਆ। ਗੁਰੂ ਜੀ ਨੂੰ ਪਤਾ ਲੱਗਾ, ਸਤਿਗੁਰੂ ਜੀ ਆਪ ਰੱਸਾ ਲੈ ਕੇ ਉਸ ਪਾਸੇ ਦੱਸੇ ਹੋਏ ਪਤੇ ਵੱਲ, ਖੂਹ ਵੱਲ ਦੌੜ ਪਏ। ਉੱਥੇ ਪੁੱਜ ਕੇ ਗੁਰੂ ਜੀ ਨੇ ਰੱਸਾ ਖੂਹ 'ਚ ਸੁੱਟਿਆ। ਬਾਣੀ ਪੜ੍ਹਦੇ ਭਾਈ ਸਾਹਿਬ ਜੀ ਨੇ ਲੱਕੜਾਂ ਦੀ ਗੱਠ ਸਿਰ ਤੇ ਚੁੱਕੀ ਹੋਈ ਸੀ। ਕਹਿਣ ਲੱਗੇ, ਪਹਿਲਾਂ ਲੱਕੜਾਂ ਕੱਢ ਲਓ, ਗਿੱਲੀਆਂ ਹੋ ਜਾਣਗੀਆਂ, ਬਲਣਗੀਆਂ ਨਹੀਂ। ਕਹਿਣ ਲੱਗੇ, ਯਹ ਤਨ ਭੀਗਿਓ ਬਿਗੜਤ ਨਹੀਂ, ਲੱਕੜੀ ਭੀਗਤ ਜਰ ਹੈ ਨਹੀਂ। ਕਹਿਣ ਲੱਗੇ, ਜੇ ਕਿਤੇ ਮੇਰਾ ਸਰੀਰ ਗਿੱਲਾ ਹੈ ਵੀ ਤੇ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਜੇ ਕਿਤੇ ਲੱਕੜਾਂ ਭਿੱਜ ਗਈਆਂ, ਇਹ ਗਿੱਲੀਆਂ ਹੋ ਗਈਆਂ, ਇਹ ਫਿਰ ਬਲਣ ਦੇ ਕਾਬਲ ਨਹੀਂ ਰਹਿਣਗੀਆਂ ਅਤੇ ਗੁਰੂ ਕੇ ਲੰਗਰ ਕਿਵੇਂ ਪੱਕਣਗੇ। ਗੁਰੂ ਪਿਆਰੇ ਵਾਲਿਓ, ਕਿੰਨਾ ਪਿਆਰ ਸੀ, ਗੁਰੂ ਕੀ ਸੇਵਾ ਵਿੱਚ ਕਿਤਨੇ ਖੁੱਬੇ ਹੋਏ ਹਨ। ਗੁਰੂ ਜੀ ਦੇ ਸਿੱਖ ਕਹਿ ਰਹੇ ਹਨ ਕਿ ਲੱਕੜਾਂ ਦੀ ਗੱਠ ਸੁੱਟੋ ਸਿਰ ਤੋਂ, ਅਤੇ ਉਹ ਕਹਿੰਦੇ ਹਨ ਲੱਕੜਾਂ ਇੱਕ ਪਾਸੇ ਸੁੱਟ ਕੇ ਰੱਸਾ ਪਕੜ ਕੇ ਉੱਪਰ ਆ ਜਾਓ। ਤੇ ਅੱਗੋਂ ਭਾਈ ਮੰਝ ਜੀ ਕਹਿੰਦੇ ਹਨ, ਇਹ ਲੱਕੜਾਂ ਦੀ ਪੰਡ ਹੀ ਹੈ ਜਿਸ ਨੇ ਮੈਨੂੰ ਗੁਰੂ ਚਰਨਾਂ 'ਚ ਥਾਂ ਦਵਾਈ ਹੋਈ ਹੈ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਉਹਨਾਂ ਨੂੰ ਨੇ ਲੱਕੜਾਂ ਬੱਧੀਆਂ, ਲੱਕੜਾਂ ਬਾਹਰ ਖਿੱਚ ਕੇ ਲਿਆਂਦੀਆਂ ਗਈਆਂ, ਫਿਰ ਭਾਈ ਮੰਝ ਜੀ ਰੱਸਾ ਪਕੜ ਕੇ ਜਦੋਂ ਖੂਹ ਚੋਂ ਬਾਹਰ ਨਿਕਲਦੇ ਹਨ ਤਾਂ ਕੀ ਦੇਖਦੇ ਹਨ ਕਿ ਗੁਰੂ ਪਾਤਸ਼ਾਹ, ਧੰਨ ਗੁਰੂ ਅਰਜਨ ਪਾਤਸ਼ਾਹ ਆਪ ਜੋ ਹਨ ਉਹ ਰੱਸਾ ਖਿੱਚ ਰਹੇ ਸਨ। ਅੱਜ ਫਿਰ ਅੱਖਾਂ ਵਿੱਚ ਨੀਰ ਹੈ, ਅੰਜੂ ਹੈ, ਤੇ ਫਿਰ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ ਹਨ। ਗੁਰੂ ਜੀ ਨੇ ਚੁੱਕ ਕੇ ਸੀਨੇ ਨਾਲ ਲਾਇਆ। ਸਤਿਗੁਰੂ ਜੀ ਪੁੱਛਦੇ ਹਨ, ਤੈਨੂੰ ਲੱਭਾ ਕੀ ਹੈ? ਸਭ ਕੁਝ ਗੁਆਚ ਗਿਆ ਹੈ। ਭਾਵ ਅੱਖਾਂ ਦੇ ਵਿੱਚ ਆਂਸੂ ਹਨ। ਤੇ ਅੱਗੋਂ ਕਹਿੰਦਾ ਸਤਿਗੁਰੂ, ਇਹ ਜੋ ਆਂਸੂ ਨੇ, ਇਹ ਜੋ ਨੇਤਰਾਂ 'ਚ ਨੀਰ ਹੈ, ਇਸ ਕਰਕੇ ਹੈ ਕਿ ਮੈਂ ਕੌਣ, ਮੇਰੀ ਕੀ ਹੈਸੀਅਤ। ਅੱਜ ਦੀਨ ਦੁਨੀ ਦਾ ਪਾਤਸ਼ਾਹ, ਅੱਜ ਜਿਨ੍ਹਾਂ ਨੂੰ ਕਲਯੁਗ ਦਾ ਜਹਾਜ਼ ਸਮਝਿਆ ਜਾਂਦਾ ਹੈ, ਉਹ ਆਪ ਆ ਕੇ ਮੇਰਾ ਰੱਸਾ ਖਿੱਚ ਰਹੇ ਨੇ, ਮੈਨੂੰ ਬਾਹਰ ਕੱਢ ਰਹੇ ਨੇ। ਮੈਂ ਕਿੰਨਾ ਭਾਗਾਂ ਵਾਲਾ ਹਾਂ, ਮੇਰੀ ਕਿੰਨੀ ਉੱਚੇ ਮੁਕੱਦਰ ਤੇ ਭਾਗ ਹਨ, ਮੇਰੀ ਕਿਸਮਤ ਕਿੰਨੀ ਕਮਾਲਕ ਹੈ ਕਿ ਸਤਿਗੁਰੂ ਆਪ ਆ ਕੇ ਮੈਨੂੰ ਖੂਹ ਦੇ ਵਿੱਚੋਂ ਕੱਢ ਰਹੇ। ਸਤਿਗੁਰੂ ਜੀ ਪੁੱਛਦੇ ਹਨ, ਉਹ ਭਲਿਆ ਤੈਨੂੰ ਲੱਭਾ ਕੀ ਹੈ? ਸਭ ਕੁਝ ਗੁਆਚ ਗਿਆ ਹੈ, ਧਨ, ਪਦਾਰਥ, ਦੌਲਤ, ਸ਼ੋਹਰਤ, ਚੌਧਰਤਾ, ਸਭ ਕੁਝ ਤੇਰੇ ਤੋਂ ਚਲਾ ਗਿਆ। ਕਹਿਣ ਲੱਗੇ, ਠੀਕ ਹੈ ਸਤਿਗੁਰੂ ਜੀ, ਦੁਨਿਆਵੀ ਸਭ ਕੁਝ ਗੁਆਚ ਗਿਆ ਹੈ, ਪਰ ਜੋ ਮੈਨੂੰ ਮਿਲਿਆ ਹੈ ਉਹ ਦੋਹਾਂ ਜਹਾਨਾਂ ਤੋਂ ਵੀ ਕੀਮਤੀ ਹੈ, ਉਹ ਦੋਹਾਂ ਜਹਾਨਾਂ ਤੋਂ ਉੱਪਰ ਹੈ। ਗੁਰੂ ਜੀ ਕਹਿੰਦੇ, ਕੁਝ ਮੰਗ। ਕਹਿੰਦਾ, ਸਤਿਗੁਰੂ ਜੀ ਕਿਰਪਾ ਕਰੋ, ਅੰਦਰੋਂ ਮੰਗਣ ਦੀ ਬਿਰਤੀ ਹੀ ਮੁੱਕ ਜਾਵੇ। ਹੁਣ ਅੰਦਰੋਂ ਇਤਨਾ ਪਤੀਜ ਗਿਆ ਹੈ, ਇਤਨਾ ਰੱਜ ਹੋ ਗਿਆ ਹੈ। ਕਹਿਣ ਲੱਗਾ, ਸਤਿਗੁਰੂ ਜੀ ਕਿਤੇ ਤਰੁੱਠੇ ਹੋ ਤਾਂ ਮੇਰੇ ਉੱਤੇ ਕਿਰਪਾ ਕਰੋ, ਮੇਰੀ ਮੰਗਣ ਦੀ ਬਿਰਤੀ ਹੀ ਮੁੱਕ ਜਾਵੇ। ਸਤਿਗੁਰੂ ਜੀ ਕਹਿੰਦੇ, ਫਿਰ ਵੀ ਕੁਝ ਮੰਗ। ਭਲਿਆ ਪੁਰਸ਼ਾ, ਕੁਝ ਤਾਂ ਮੰਗ, ਤੂੰ ਪ੍ਰਵਾਨ ਹੋ ਗਿਆ ਹੈ। ਕਹਿੰਦਾ, ਚਰਨਾਂ ਦੀ ਪ੍ਰੀਤ ਬਖਸ਼ੋ, ਸਿੱਖੀ ਸਿਦਕ ਬਖਸ਼ੋ। ਸਤਿਗੁਰੂ ਜੀ ਤੀਜੀ ਵਾਰ ਕਹਿਣ ਲੱਗੇ, ਭਲਿਆ ਪੁਰਸ਼ਾ ਕੁਝ ਮੰਗ। ਅੱਜ ਤੇਰੀ ਜੋ ਸੇਵਾ ਪ੍ਰਵਾਨ ਹੋ ਗਈ ਹੈ, ਤੇਰੀ ਘਾਲਣਾ ਪ੍ਰਵਾਨ ਹੋਈ ਹੈ। ਤੇ ਕਹਿੰਦਾ, ਗੁਰੂ ਜੀ ਜੇ ਕਿਤੇ ਟੁੱਟੇ ਹੋ ਤਾਂ ਸਿੱਖਾਂ ਤੇ ਕਰੜੇ ਪਰਚੇ ਨਾ ਪਾਇਓ, ਕਿਤੇ ਅਸੀਂ ਡੋਲ ਨਾ ਜਾਈਏ। ਸਤਿਗੁਰੂ ਜੀ ਨੇ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਸਤਿਗੁਰੂ ਕਹਿਣ ਲੱਗੇ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਨ ਹਾਰਾ। ਕਿਆ ਕਮਾਲ ਸੀ ਕਿ ਜਿਸ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸਮੇਂ ਦੇ ਪੱਟ ਇਹ ਗੱਲ ਕਹਿ ਰਹੇ ਸਨ ਕਿ ਕਲਯੁਗ ਦੇ ਜਹਾਜ਼ ਧੰਨ ਗੁਰੂ ਅਰਜਨ ਪਾਤਸ਼ਾਹ ਹਨ, ਜਿਨ੍ਹਾਂ ਦੇ ਉੱਤੇ ਚੜ੍ਹ ਕੇ, ਜਿਨ੍ਹਾਂ ਦੇ ਨਾਲ ਜੁੜ ਕੇ ਸਾਰੀ ਸ੍ਰਿਸ਼ਟੀ ਭਵਜਲ ਤੋਂ ਪਾਰ ਹੋ ਸਕਦੀ ਹੈ। ਅੱਜ ਉਹ ਮਹਾਨ ਗੁਰੂ ਪਾਤਸ਼ਾਹ ਆਪਣੇ ਇੱਕ ਅਨੰਨ ਗੁਰਸਿੱਖ ਨੂੰ ਇਹ ਗੱਲ ਕਹਿ ਕੇ ਨਿਵਾਜ ਰਹੇ ਸਨ ਕਿ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਨ ਹਾਰਾ। ਮੰਝ ਗੁਰੂ ਦੇ ਨਾਲ ਪਿਆਰ ਕਰਦਾ ਹੈ, ਗੁਰੂ ਨੂੰ ਮੰਝ ਪਿਆਰਾ ਹੈ, ਮੰਝ ਗੁਰੂ ਦਾ ਜਹਾਜ਼ ਹੈ, ਤੇ ਜਿਹਦੇ ਨਾਲ ਜੁੜ ਕੇ ਜੋ ਹੈ ਜਗ ਜੋ ਹੈ ਉਹ ਪਾਰ ਲੰਘ ਸਕਦਾ ਹੈ। ਉਹਨਾਂ ਦੇ ਸਿਦਕ, ਘਾਲਣਾ, ਸਬਰ, ਸਮਰਪਣ ਨੂੰ ਦੇਖਦੇ ਹੋਏ ਗੁਰੂ ਜੀ ਨੇ ਉਹਨਾਂ ਨੂੰ ਪ੍ਰਚਾਰਕ ਥਾਪਿਆ, ਪ੍ਰਚਾਰ ਦੀ ਜ਼ਿੰਮੇਵਾਰੀ ਵੀ ਦਿੱਤੀ, ਜੋ ਭਾਈ ਸਾਹਿਬ ਜੀ ਨੇ ਬਾਖੂਬੀ ਨਿਭਾਈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੇ ਜੀਵਨ ਨੂੰ, ਉਹਦੇ ਵਿੱਚੋਂ ਇਹ ਝਲਕ ਪੈਂਦੀ ਹੈ ਕਿ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ
ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਨੂੰ ਬਾਖੂਬੀ ਕਰਕੇ ਨਿਭਾਇਆ, ਬਾਖੂਬੀ ਕਰਕੇ ਕਮਾਇਆ। ਤੇ ਗੁਰੂ ਪਿਆਰ ਵਾਲਿਓ, ਭਾਈ ਜੀ ਨੂੰ ਇਹ ਜੋ ਜਹਾਜ਼, ਇਹ ਜੋ ਅਵਸਥਾ ਮਿਲੀ, ਇਹ ਅਚੁੱਕ ਸ਼ਰਧਾ ਦੇ ਫਟਿਆਂ ਅਤੇ ਅਟੁੱਟ ਨਿਮਰਤਾ ਦੀਆਂ ਮੇਖਾਂ ਲਗਾ ਕੇ ਤਿਆਰ ਕੀਤੀ ਸੀ। ਲੱਜਾ, ਖੁਦੀ, ਤਕੱਬਰ, ਮੋਹ ਮੁਕਾ ਕੇ ਭਾਈ ਜੀ ਗੁਰੂ ਜੀ ਦੇ ਇਸ ਮਹਾਨ ਪਿਆਰ ਦੇ ਪਾਤਰ ਬਣੇ ਸਨ। ਗੁਰੂ ਪਿਆਰ ਵਾਲਿਓ, ਜਦੋਂ ਭਾਈ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਇਹ ਉਹ ਸੀ ਕਿ ਸਤਿਗੁਰੂ ਪਾਤਸ਼ਾਹ ਉਹਨਾਂ ਦੇ ਉੱਤੇ ਟੁੱਟੇ ਹਨ, ਖੁਸ਼ ਹੋਏ ਹਨ, ਪਰ ਘਾਲਣਾ ਜੋ ਸੀ ਉਹ ਉਹਨਾਂ ਦੀ ਸਿੱਖੀ ਪ੍ਰਤੀ ਸਮਰਪਣ ਸੀ, ਸੇਵਾ ਸੀ, ਸਿਦਕ ਸੀ, ਸੰਜਮ ਸੀ, ਗੁਰੂ ਪ੍ਰਤੀ ਜੋ ਉਹਨਾਂ ਦਾ ਪਿਆਰ ਤੇ ਵਫਾਦਾਰੀ ਸੀ। ਇਤਿਹਾਸ ਦੱਸਦਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਪ੍ਰਚਾਰਕ ਥਾਪਿਆ, ਉਹ ਆਪਣੇ ਇਲਾਕੇ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਲੱਗੇ, ਤਾਂ ਫਿਰ ਉਹਨਾਂ ਨੇ ਉਸ ਸੇਵਾ ਨੂੰ ਬਾਖੂਬੀ ਨਿਭਾਇਆ, ਜਿਹਦੀ ਜੋ ਸੀ ਗੁਰੂ ਪਾਤਸ਼ਾਹ ਦੇ ਕੋਲ ਬਰਾਬਰ ਖਬਰਾਂ ਪੁੱਜਦੀਆਂ ਰਹੀਆਂ। ਇਤਿਹਾਸ ਅਨੁਸਾਰ ਇੱਕ ਵਾਰ ਗੁਰੂ ਜੀ ਉਹਨਾਂ ਦੇ ਇਲਾਕੇ ਵਿੱਚ ਜਦੋਂ ਆਏ, ਤਾਂ ਭਾਈ ਸਾਹਿਬ ਜੀ ਦੀ ਸੇਵਾ ਅਤੇ ਪ੍ਰਚਾਰ ਤੋਂ ਖੁਸ਼ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਸਿੱਖੀ ਦੇ ਥੰਮ ਦੀ ਉਪਾਧੀ ਦੇ ਨਾਲ ਨਿਵਾਜਿਆ। ਭਾਈ ਸਾਹਿਬ ਜੀ ਦਾ ਜੀਵਨ ਜੋ ਹੈ ਉਹ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੈ। ਭਾਈ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਕਿ ਕਿਵੇਂ ਇੱਕ ਪਾਸੇ ਉਹ ਸਖੀ ਸਰਵਰੀਆਂ ਦੇ ਇੱਕ ਵੱਡੇ ਪ੍ਰਚਾਰਕ ਨੇ, ਜਿਨ੍ਹਾਂ ਦੇ ਜਥੇ ਵਿੱਚ ਘੱਟ ਤੋਂ ਘੱਟ 500 ਲੋਕੀ ਨਾਲ ਚੱਲਦੇ ਨੇ, ਜਾ ਕੇ ਥਾਂ ਥਾਂ ਦੇ ਉੱਤੇ ਉਸ ਸਖੀ ਸਰਵਰੀਆਂ ਦੀ ਪ੍ਰਚਾਰ ਕਰਦੇ ਨੇ, ਥਾਂ ਥਾਂ ਦੇ ਉੱਤੇ ਉਹ ਜੋ ਪੀਰਖਾਨੇ ਬਣਾ ਰਹੇ ਨੇ, ਆਦਰ ਮਾਨ ਸਤਿਕਾਰ ਹੈ, ਚੌਧਰਤਾ ਹੈ, ਰਾਜ ਦਰਬਾਰੇ ਸਨਮਾਨ ਹੈ, ਅਤੇ ਫਿਰ ਅਮੀਰੀ ਹੈ, ਨੌਕਰ ਚਾਕਰ ਨੇ। ਪਰ ਇੱਕ ਪਾਸੇ ਜਦੋਂ ਸੱਚ ਦੀ ਚਿੰਗ ਲੱਗ ਗਈ, ਗੁਰੂ ਪਾਤਸ਼ਾਹ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ, ਜਦੋਂ ਸੱਚ ਕਰਕੇ ਧਰਮੀ ਬਣ ਗਏ, ਧਰਮ ਦੇ ਰਾਹ ਦੇ ਉੱਤੇ ਤੁਰੇ, ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਦੇ ਅੰਦਰ ਆਏ, ਤਾਂ ਫਿਰ ਇਹ ਸਭ ਕੁਝ ਚਲਾ ਵੀ ਗਿਆ, ਪਰ ਉਹ ਡੋਲੇ ਨਹੀਂ, ਸਿੱਖੀ ਤੋਂ ਥਿਰਕੇ ਨਹੀਂ, ਪਿੱਛੇ ਨਹੀਂ ਹਟੇ। ਅਤੇ ਜੋ ਗੁਰੂ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਸੀ ਕਿ ਭਲਿਆ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ, ਉਸ ਨੂੰ ਆਪਣੇ ਮਨ ਦੇ ਅੰਦਰ ਵਸਾ ਲਿਆ ਕਿ ਸਤਿਗੁਰੂ ਜੀ ਕਦੇ ਅੱਜ ਸਿੱਖੀ ਅੰਦਰ ਲੈ ਲਈ, ਹੁਣ ਹੋਰ ਕੁਝ ਇੱਥੇ ਅੰਦਰ ਨਹੀਂ ਆ ਸਕਦਾ। ਪਰ ਜਦੋਂ ਅਸੀਂ ਅੱਜ ਦੇ ਜੀਵਨ ਵੱਲ ਦੇਖਦੇ ਹਾਂ, ਆਪਣੇ ਵੱਲ ਝਾਤ ਮਾਰਦੇ ਹਾਂ, ਅਸੀਂ ਤਾਂ ਪਤਾ ਨਹੀਂ ਇੱਕ ਸਿੱਖੀ ਦੇ ਉੱਤੇ ਕਿਤਨੀਆਂ ਸਿੱਖੀਆਂ ਟਿਕਾਈ ਬੈਠੇ ਹਾਂ। ਗੁਰੂ ਪਿਆਰ ਵਾਲਿਓ, ਅੱਜ ਜੋ ਇਹ ਬਾਕੀ ਦੀਆਂ ਸਿੱਖੀਆਂ ਨੇ, ਇਹ ਜੋ ਇੱਕ ਗੁਰੂ ਪਾਤਸ਼ਾਹ ਦੀ ਸਿੱਖੀ ਉਹਨਾਂ ਸਿੱਖੀਆਂ ਦੇ ਅੰਦਰ ਦਬ ਗਈ ਹੈ। ਜੇ ਕਿਤੇ ਸਰੀਰ ਦੀ ਗੱਲ ਕਰੀਏ ਤਾਂ ਗੁਰੂ ਪਾਤਸ਼ਾਹ ਦੇ 5 ਕਕਾਰ ਉਹ ਸਾਡੇ ਕੋਲ ਨਹੀਂ, ਸਾਬਤ ਸੂਰਤ ਸਾਡੇ ਕੋਲ ਨਹੀਂ। ਅਸੀਂ ਪਤਾ ਨਹੀਂ ਕਿਹਨਾਂ ਦੇ ਪ੍ਰਭਾਵ ਥੱਲੇ ਕਿਹਨਾਂ ਦੇ ਸਿੱਖ ਬਣੇ ਹੋਏ ਹਾਂ। ਕਿਤੇ ਕੰਨਾਂ ਦੇ ਵਿੱਚ ਮੁੰਦਰੀਆਂ ਨੇ, ਕਿਤੇ ਦਸਤਾਰ ਦੀ ਥਾਂ ਦੇ ਉੱਤੇ ਪਟਕੇ ਨੇ, ਕਿਤੇ ਅੱਜ ਸਿਰ ਦੇ ਉੱਤੋਂ ਜੂੜਾ ਜੋ ਹੈ ਪਿੱਛੇ ਵੱਲ ਹੈ, ਕਿਤੇ ਸਿਰ ਤੋਂ ਜੂੜਾ ਹੀ ਗਾਇਬ ਹੈ, ਕਿਤੇ ਚਿਹਰੇ ਤੋਂ ਜੋ ਨੇ ਉਹ ਦਾੜਾ ਹੀ ਗਾਇਬ ਹੈ, ਕਿਤੇ ਪੈਰਾਂ ਦੇ ਵਿੱਚ ਕਾਲੇ ਧਾਗੇ ਨੇ, ਕਿਤੇ ਹੱਥ ਦੇ ਵਿੱਚ ਬਾਹਾਂ ਦੇ ਉੱਤੇ ਕਿਤੇ ਜੋ ਨੇ ਉਹ ਤਵੀਤ ਤੇ ਰਛਿਆਵਾਂ ਵਧੀਆਂ ਹੋਈਆਂ ਨੇ। ਸਰੀਰ ਦੇ ਉੱਤੇ ਪਤਾ ਨਹੀਂ ਕਿਸ ਕਿਸ ਸਿੱਖੀ ਨੇ ਕਬਜ਼ਾ ਕੀਤਾ ਹੈ। ਜਦੋਂ ਮਨ ਵਾਲੇ ਪਾਸੇ ਦੇਖਦੇ ਹਾਂ, ਉਧਰ ਝਾਤ ਮਾਰਦੇ ਹਾਂ, ਤਾਂ ਇਸ ਹਿਰਦੇ ਘਰ ਦੇ ਅੰਦਰ ਪਤਾ ਨਹੀਂ ਕਿੰਨੇ ਕਿੰਨੇ ਪੀਰ ਬਾਬੇ ਬੈਠੇ ਨੇ, ਕਿੰਨੇ ਸੰਤ ਬੈਠੇ ਨੇ, ਕੀ ਬੈਠਾ ਹੈ, ਕੋਈ ਹਿਸਾਬ ਨਹੀਂ। ਕਿੰਨੀ ਸਿੱਖੀ ਸਾਡੇ ਗੁਰੂ ਪਾਤਸ਼ਾਹ ਦੀ ਅਸਲੀ ਸਿੱਖੀ ਨੂੰ ਦਬ ਕੇ ਬੈਠੀ ਹੈ, ਜਿਨ੍ਹਾਂ ਦੇ ਅੱਜ ਅਸੀਂ ਸਿੱਖ ਬਣੇ ਫਿਰਦੇ। ਗੁਰੂ ਪਿਆਰ ਵਾਲੇ, ਜਦੋਂ ਝਾਤ ਮਾਰਦੇ ਹਾਂ, ਆਪਣੇ ਵੱਲ ਦੇਖਦੇ ਹਾਂ, ਹੋਰ ਤਾਂ ਹੋਰ ਗੁਰੂ ਘਰਾਂ ਦੇ ਅੰਦਰੋਂ ਵੀ ਜਿਸ ਸਿੱਖੀ ਦਾ ਪ੍ਰਚਾਰ ਹੋਣਾ ਸੀ, ਜਿਸ ਨੇ ਸਾਨੂੰ ਸਿਖਾਉਣਾ ਸੀ, ਭਲੇ ਉਹ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ। ਅੱਜ ਉਹਨਾਂ ਸਥਾਨਾਂ ਤੋਂ ਉਹਨਾਂ ਗੁਰੂ ਘਰਾਂ ਦੇ ਵਿੱਚ ਵੀ ਉਹ ਗੁਰੂ ਪਾਤਸ਼ਾਹ ਦੀ ਨਿਰਮਲ ਸਿੱਖੀ, ਉਹ ਮਹਾਨ ਸਿੱਖੀ ਪਤਾ ਨਹੀਂ ਕਿੰਨੀਆਂ ਸਿੱਖੀਆਂ ਦੇ ਥੱਲੇ ਦਬੀ ਹੈ। ਜੇ ਕਿਤੇ ਜਾਈਏ, ਹਰ ਗੁਰੂ ਘਰ ਦੇ ਅੰਦਰ ਆਪਣੀ ਮਰਿਆਦਾ, ਕਿੰਨੇ ਸੰਤ ਬਾਬਿਆਂ ਦੇ ਡੇਰੇ, ਆਪਣੀ ਆਪਣੀ ਮਰਿਆਦਾ, ਕਿੰਨੇ ਸੰਤ ਬਾਬੇ ਆਪਣੀ ਪੂਜਾ ਕਰਵਾਈ ਜਾ ਰਹੇ ਨੇ, ਲੋਕਾਂ ਨੂੰ ਸਿੱਖੀ ਨਾਲ ਤੋੜੀ ਜਾ ਰਹੇ ਨੇ। ਤੜ ਲੋਕੀ ਉਹਨਾਂ ਦੀ ਸਿੱਖੀ ਨੂੰ ਧਾਰਨ ਕਰ ਰਹੇ ਨੇ। ਗੁਰੂ ਦੀ ਸਿੱਖੀ ਉਹਨਾਂ ਸੰਤ ਬਾਬਿਆਂ ਦੀ ਸਿੱਖੀ ਦੇ ਥੱਲੇ ਦਬਦੀ ਜਾ ਰਹੀ ਹੈ। ਸਿੱਖੀ ਦੇ ਉੱਤੇ ਸਿੱਖੀਆਂ ਟਿਕਾ ਕੇ ਅਸੀਂ ਅੱਜ ਵੀ ਬੜੇ ਮਾਣ ਤੇ ਫਖਰ ਨਾਲ ਕਹਿੰਦੇ ਹਾਂ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਗੁਰੂ ਕੇ ਸਿੱਖ ਹਾਂ। ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਸਿੱਖੀ ਨਹੀਂ ਕਮਾਈ ਜਾ ਸਕਦੀ। ਅੱਜ ਗੁਰੂ ਘਰਾਂ ਵੱਲ ਜੇ ਕਦੇ ਝਾਤ ਮਾਰੀਏ, ਅੱਜ ਜਾ ਕੇ ਦੇਖਦੇ ਹਾਂ, ਕਿਸੇ ਗੁਰੂ ਘਰ ਵੱਲ ਜਾਈਏ, ਕਿਤੇ ਨਲਕੇ ਦੀ ਪੂਜਾ ਹੋ ਰਹੀ। ਹੁਣ ਉਸ ਗੁਰੂ ਕੀ ਸਿੱਖੀ ਦੇ ਉੱਤੇ ਨਲਕਾ ਸਿੱਖੀ ਬਣ ਗਿਆ, ਨਲ ਸਿੱਖੀ ਬਣ ਗਿਆ। ਕਿਉਂ? ਇੱਥੋਂ ਬਾਬਾ ਜੀ ਇਸ਼ਨਾਨ ਕਰਿਆ ਕਰਦੇ। ਕਿਸੇ ਗੁਰੂ ਘਰ ਵੱਲ ਜਾਈਏ, ਉੱਥੇ ਜੋ ਹੈ ਕੋਈ ਪਲੰਗ ਰੱਖਿਆ ਹੈ, ਕੋਈ ਮੰਜਾ ਰੱਖਿਆ ਹੈ, ਉਹਦੀ ਪੂਜਾ ਹੋ ਰਹੀ। ਗੁਰੂ ਕੀ ਸਿੱਖੀ ਦੇ ਉੱਤੇ ਉਹ ਪਲੰਗ ਜੋ ਹੈ ਸਿੱਖੀ ਬਣ ਕੇ ਬਹਿ ਗਈ। ਲੋਕੀ ਉਹਨੂੰ ਮੱਥੇ ਟੇਕ ਰਹੇ ਨੇ। ਪੁੱਛਿਆ ਜਾਵੇ ਕਿ ਇਹ ਫਲਾਣੇ ਬਾਬਾ ਜੀ ਦਾ ਪਲੰਗ ਹੈ, ਕਿਤੇ ਖੜਾਵਾਂ ਤੇ ਜੁੱਤੀਆਂ ਦੀ ਪੂਜਾ ਹੈ, ਇਹ ਫਲਾਣੇ ਬਾਬਾ ਜੀ ਦੀਆਂ ਖੜਾਵਾਂ ਨੇ, ਇਹ ਫਲਾਣੇ ਬਾਬਾ ਜੀ ਦੀਆਂ ਜੁੱਤੀਆਂ ਨੇ। ਕਿਤੇ ਗੱਡੀ ਰੱਖ ਕੇ ਉਸ ਗੱਡੀ ਦੀ ਫਰੰਟ ਸੀਟ ਦੇ ਉੱਤੇ ਕਿਸੇ ਸੰਤ ਬਾਬੇ ਦੀ ਫੋਟੋ ਰੱਖੀ ਹੈ, ਅੱਧਾ ਜਿਹਾ ਸ਼ੀਸ਼ਾ ਖੁੱਲਿਆ ਹੈ, ਵੱਡੀ ਕੋ ਗੋਲਕ ਬਣ ਗਈ ਹੈ। ਸਿੱਖ ਜੋ ਨੇ
ਤੜਾ ਤੜ ਜਾ ਕੇ ਉੱਥੇ ਪੈਸੇ ਰੱਖੀ ਜਾ ਰਹੇ ਨੇ, ਮੱਥੇ ਟੇਕੀ ਜਾ ਰਹੇ ਨੇ, ਤੇ ਉਹ ਸਿੱਖਾਂ ਦੀ ਗੁਰੂ ਕੀ ਸਿੱਖੀ ਦੇ ਉੱਤੇ ਉਹ ਬਾਬੇ ਦੀ ਮੂਰਤ, ਉਹ ਬਾਬੇ ਦੀ ਫੋਟੋ, ਉਹ ਬਾਬੇ ਦੀ ਗੱਡੀ, ਉਹ ਸਿੱਖੀ ਬਣ ਕੇ ਬਹਿ ਗਈ। ਕੋਈ ਜਾ ਕੇ ਜੰਡਾਂ ਦੇ ਥੱਲੇ ਜੋਤ ਜਗਾ ਕੇ, ਦੀਵਾ ਬਾਲ ਕੇ, ਮੜੀਆਂ ਤੇ ਕਬਰਾਂ ਦੇ ਉੱਤੇ ਬਾਲ ਕੇ ਉਹ ਜੋ ਹੈ ਸਿੱਖੀ ਦੇ ਉੱਤੇ ਉਹ ਸਿੱਖੀ ਟਿਕਾ ਰਿਹਾ ਹੈ। ਤੇ ਕਈ ਲੋਕੀ ਜੋ ਨੇ ਉਹ ਪਤਾ ਨਹੀਂ ਕਿਹੜਿਆਂ ਕਿਹੜਿਆਂ ਪੀਰਾਂ ਦੀਆਂ ਹਾਜ਼ਰੀਆਂ ਭਰ ਰਹੇ ਨੇ। ਅੱਜ ਅਸੀਂ ਦੇਖਦੇ ਹਾਂ ਕਿ ਹੱਥਾਂ ਦੇ ਵਿੱਚ ਸਿਗਰਟ ਭਰੇ, ਸੂਟੇ ਮਾਰਦੇ ਹੋਏ ਉਹ ਪੀਰ ਬਾਬੇ ਉਹਨਾਂ ਦੇ ਡੇਰਿਆਂ ਦੇ ਉੱਤੇ, ਉਹਨਾਂ ਮਜ਼ਾਰਾਂ ਦੇ ਉੱਤੇ ਕਈ ਸਾਬਤ ਸੂਰਤ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬੈਠੇ ਨੇ। ਉਹ ਵੀ ਸਿੱਖੀ ਦੇ ਉੱਤੇ ਸਿੱਖੀ ਟਿਕਾ ਕੇ ਬੈਠੇ ਨੇ। ਗੁਰੂ ਦੀ ਸਿੱਖੀ ਥੱਲੇ ਦੱਬੀ ਹੈ, ਉਹਨਾਂ ਦੇ ਉੱਤੇ ਉਹ ਪੀਰਾਂ ਦੇ ਨਚਾਰਾਂ ਦੇ ਉਹ ਨਾਚ ਜੋ ਨੇ ਉਹ ਨੱਚੀ ਜਾ ਰਹੇ ਨੇ। ਕੋਈ ਸਿੱਖ ਹੱਥ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਕਿਸੇ ਪੀਰ ਦੀ ਕਬਰ ਦੇ ਉੱਤੇ ਚੜ੍ਹਨ ਨੂੰ ਤੁਰਿਆ ਫਿਰਦਾ ਹੈ। ਕੋਈ ਜੋ ਹੈ ਕਿਸੇ ਜੰਡ ਬੂਟੇ ਦੀ ਸੇਵਾ ਵਿੱਚ ਲੱਗਾ ਹੈ, ਕੋਈ ਕਿਤੇ ਕੁੱਲ ਮਿਲਾ ਕੇ ਜੋ ਸਿੱਖ ਨੂੰ ਦੱਸਿਆ ਜਾ ਰਿਹਾ ਹੈ, ਗੁਰੂ ਤੋਂ ਬੇਮੁਖ ਹੋ ਕੇ ਉਹਨਾਂ ਸਾਰੀਆਂ ਕਾਰਾਂ ਵਿੱਚ ਫਸਿਆ ਹੋਇਆ ਸਿੱਖੀ ਦੇ ਉੱਤੇ ਕਈ ਸਿੱਖੀ ਦੀਆਂ ਜੋ ਨੇ ਉਹ ਪੰਡਾਂ ਚੁੱਕ ਕੇ ਫਿਰਦਾ ਹੋਇਆ ਫਿਰ ਵੀ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ। ਆਓ ਗੁਰੂ ਪਿਆਰ ਵਾਲਿਓ ਕੋਸ਼ਿਸ਼ ਕਰੀਏ। ਸਾਡੇ ਤਕਰੀਬਨ ਧਾਰਮਿਕ ਸਥਾਨਾਂ ਦੇ ਨਾਲ ਦੇਖਣ ਨੂੰ ਲੱਭਦਾ ਕਿਤੇ ਕਬਰਾਂ ਨੇ, ਕਿਤੇ ਮੜੀਆਂ ਨੇ, ਕਿਤੇ ਬੁੱਤ ਰੱਖੇ ਹੋਏ ਨੇ। ਹੋਰ ਤਾਂ ਹੋਰ ਦਰਬਾਰ ਸਾਹਿਬ ਦੇ ਨਾਲ ਹੀ ਜਿੱਥੇ ਕਿਤੇ ਸੰਤੋਖ ਦਾਸ ਦੇ ਅਖਾੜੇ ਵੱਲ ਜਾਈਏ, ਕੰਧ ਨਾਲ ਕੰਧ ਜੁੜੀ ਹੈ, ਉੱਥੇ ਬੁੱਤ ਵੀ ਨੇ ਤੇ ਬੁੱਤਾਂ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨੇ। ਉੱਥੇ ਧੂਣੀਆਂ ਵੀ ਨੇ। ਤੇ ਇਹੋ ਜਿਹੀ ਜੋ ਸਿੱਖੀ ਹੈ ਇਹ ਗੁਰੂ ਦੀ ਸਿੱਖੀ ਨਹੀਂ ਸੀ। ਭਾਈ ਮੰਝ ਜੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਸਮਰਪਣ, ਉਹਨਾਂ ਦਾ ਸਿੱਖੀ ਸਿਦਕ, ਉਹਨਾਂ ਦੀ ਕਮਾਈ ਹੋਈ ਸਿੱਖੀ ਕੂਕਾਂ ਮਾਰ ਕੇ, ਵਾਜਾਂ ਮਾਰ ਕੇ ਸਾਨੂੰ ਇਹ ਗੱਲ ਦਰਸਾ ਰਹੀ ਹੈ ਕਿ ਗੁਰੂ ਕੀ ਸਿੱਖੋ, ਆਓ ਸੱਚ ਕਰਕੇ ਗੁਰੂ ਦੇ ਸਿੱਖ ਬਣੋ। ਗੁਰੂ ਦੀ ਸਿੱਖੀ ਦੇ ਉੱਤੇ ਕੋਈ ਸਿੱਖੀ ਨਹੀਂ ਟਿਕ ਸਕਦੀ। ਜੇ ਕਦੇ ਸਦੀਵੀ ਤੌਰ ਦੇ ਉੱਤੇ ਦੁਨੀਆ ਦੇ ਅੰਦਰ ਜੀਵਤ ਰਹਿਣਾ ਜੇ, ਆਤਮਿਕ ਸੁਖ ਲੈਣਾ ਜੇ, ਗੁਰੂ ਕੋਲ ਪ੍ਰਵਾਨ ਹੋਣਾ ਜੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੇ, ਜੇ ਕਦੇ ਚਾਹੁੰਦੇ ਹੋ ਕਿ ਗੁਰੂ ਚੱਲ ਕੇ ਤੁਹਾਡੇ ਵੱਲ ਆਵੇ, ਤੁਹਾਨੂੰ ਰੱਸਾ ਸੁੱਟ ਕੇ ਬਾਹਰ ਕੱਢੇ, ਤਾਂ ਫਿਰ ਗੁਰੂ ਦੀ ਸਿੱਖੀ ਨੂੰ ਕਮਾਉਣ ਦਾ ਯਤਨ ਕਰੋ, ਕਿਉਂਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ। ਸੋ ਆਓ ਗੁਰੂ ਪਿਆਰ ਵਾਲਿਓ, ਅਸੀਂ ਕੋਸ਼ਿਸ਼ ਕਰੀਏ ਜਿੱਥੇ ਤੱਕ ਵੀ ਹੋ ਸਕੇ ਭਾਈ ਮੰਝ ਜੀ ਦੇ ਜੀਵਨ ਤੋਂ ਸੇਧ ਲੈਣ ਦਾ ਯਤਨ ਕਰੀਏ। ਛੋਟੇ ਛੋਟੇ ਮੁਫਾਦਾਂ ਦੇ ਵਾਸਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਜਦੋਂ ਸਾਡੇ ਵੱਡੇ ਧਾਰਮਿਕ ਆਗੂ, ਜਦੋਂ ਸਾਡੇ ਰਾਜਨੀਤਿਕ ਆਗੂ ਜਾ ਕੇ ਨਕਲੀ ਡੇਰੇਦਾਰਾਂ ਦੇ ਕੋਲ ਪਹੁੰਚਦੇ ਨੇ, ਜਾ ਕੇ ਮੱਠਾਂ ਕਬਰਾਂ ਦੇ ਉੱਤੇ ਪਹੁੰਚਦੇ ਨੇ, ਪੀਰਖਾਨਿਆਂ ਦੇ ਉੱਤੇ ਪਹੁੰਚਦੇ ਨੇ, ਜਾ ਕੇ ਜਦੋਂ ਉੱਥੇ ਆਪਣੀ ਹਾਜ਼ਰੀ ਲਵਾਉਣ ਵਿੱਚ ਫਖਰ ਮਹਿਸੂਸ ਕਰਦੇ ਨੇ, ਤਾਂ ਆਮ ਗਰੀਬ ਸਿੱਖ ਇਹ ਸੋਚਦਾ ਹੈ ਕਿ ਸ਼ਾਇਦ ਇਹਨਾਂ ਨੂੰ ਇੱਥੋਂ ਜ਼ਰੂਰ ਕੁਝ ਲੱਭਿਆ ਹੋਵੇਗਾ, ਇਸੇ ਕਰਕੇ ਉੱਥੇ ਜਾਂਦੇ ਨੇ। ਤੇ ਫਿਰ ਆਮ ਗਰੀਬ ਸਿੱਖ ਵੀ ਉੱਧਰ ਚੱਲ ਪੈਂਦਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਤਨਾ ਪਖੰਡ ਜੋ ਹੈ ਉਹ ਸਿੱਖੀ ਦਾ ਹੈਡਕੁਆਟਰ ਕੇ ਜਾਂਦੇ ਪੰਜਾਬ ਦੀ ਧਰਤੀ ਦੇ ਉੱਤੇ ਫੈਲਾਇਆ ਜਾ ਰਿਹਾ ਹੈ। ਆਮ ਕਰਕੇ ਰੋਜ਼ ਸੁਣਦੇ ਹਾਂ ਕਿ ਸਿੱਖ ਧੜਾ ਧੜ ਈਸਾਈ ਬਣ ਰਹੇ ਨੇ। ਕਾਰਨ ਕੀ ਹੈ? ਤੇ ਕਈ ਵਾਰ ਕਾਰਨ ਦੱਸਿਆ ਜਾਂਦਾ ਜੀ ਭਈ ਗਰੀਬੀ ਹੈ, ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਦੂਜੇ ਪਾਸੇ ਭਾਈ ਮੰਝ ਜੀ ਦਾ ਜੀਵਨ ਹੈ, ਜਿਨ੍ਹਾਂ ਨੇ ਸਭ ਕੁਝ ਤਿਆਗ ਕੇ ਅੱਤ ਦੀ ਗਰੀਬੀ ਦੇ ਅੰਦਰ ਵੀ ਸਿੱਖੀ ਨੂੰ ਕਮਾਇਆ। ਬਸ ਪ੍ਰਚਾਰ ਦੀ ਲੋੜ ਹੈ। ਜੇ ਕਿਤੇ ਕੋਈ ਗਰੀਬੀ ਕਾਰਨ ਸਿੱਖੀ ਛੱਡ ਰਿਹਾ ਹੈ ਤੇ ਫਿਰ ਬਹੁਤੀ ਫਿਕਰ ਦੀ ਲੋੜ ਨਹੀਂ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਦੀ ਸੇਵਾ ਕਰ ਸਕੀਏ, ਦੁਨੀਆ ਦੇ ਨਾਲ ਨਾਲ ਜ਼ਰੂਰਤਮੰਦਾਂ ਦੀ ਜ਼ਰੂਰ ਸੇਵਾ ਕਰੀਏ ਅਤੇ ਖਾਸ ਕਰਕੇ ਸਿੱਖੀ ਦਾ ਪ੍ਰਚਾਰ ਕਰੀਏ। ਪਰ ਜੇ ਕਿਤੇ ਕੋਈ ਗਰੀਬੀ ਕਾਰਨ ਸਿੱਖੀ ਤੋਂ ਦੂਰ ਜਾ ਰਿਹਾ ਹੈ ਤੇ ਜੇ ਕਿਤੇ ਕੱਲ ਉਸ ਨੂੰ ਕੋਈ ਦੂਜੀ ਧਿਰ ਉੱਠ ਕੇ ਉਸ ਤੋਂ ਜ਼ਿਆਦਾ ਪੈਸੇ ਦੇਗੀ, ਉਧਰ ਵੀ ਤੁਰ ਪਏਗਾ। ਸਿੱਖੀ ਸਿਦਕ ਕਰਕੇ ਹੋਵੇ, ਸਿੱਖੀ ਸੋਚ ਕਰਕੇ ਹੋਵੇ, ਸਿੱਖ ਪੂਰਨ ਤੌਰ ਦੇ ਉੱਤੇ ਸਮਰਪਿਤ ਹੋਵੇ। ਉਹਨੂੰ ਭਾਈ ਮੰਝ ਜੀ ਦੇ ਜੀਵਨ ਤੋਂ ਸੇਧ ਲੱਭੇ ਕਿ ਭਾਵੇਂ ਸ਼ਾਹੀ ਠਾਠ ਬਾਠ ਸੀ, ਚੰਗੀ ਅਮੀਰੀ ਸੀ, ਸਭ ਕੁਝ ਸੀ, ਸਨਮਾਨ ਮਾਣ ਸੀ, ਸਭ ਕੁਝ ਚਲਾ ਗਿਆ, ਸਿੱਖੀ ਕਮਾਈ ਆਖਰ ਗੁਰੂ ਨੇ ਸੀਨੇ ਦੇ ਨਾਲ ਲਾ ਲਿਆ। ਤੇ ਫਿਰ ਉਹਨੂੰ ਇਹ ਵੀ ਖਿਆਲ ਹੋਵੇ ਕਿ ਜੇ ਕਦੇ ਮੈਨੂੰ ਸਭ ਸੁੱਖ ਆਰਾਮ ਹੋਣ, ਮੈਂ ਇਤਨਾ ਉਸ ਸਿੱਖ ਨੂੰ ਧਰਮ ਪ੍ਰਚਾਰ ਦੇ ਨਾਲ ਪ੍ਰਪੱਕ ਕਰ ਲਿਆ ਜਾਵੇ ਕਿ ਉਹਦੇ ਘਰ ਪਰਿਵਾਰ ਦੇ ਵਿੱਚ ਸਿੱਖੀ ਸਦੀਵੀ ਤੌਰ ਦੇ ਉੱਤੇ ਹੋਵੇ, ਭਾਵੇਂ ਅੱਤ ਦਾ ਸੁੱਖ ਹੋਵੇ, ਭਾਵੇਂ ਅੱਤ ਦਾ ਦੁੱਖ ਹੋਵੇ, ਭਾਵੇਂ ਜੋ ਕਿਤੇ ਸ਼ਾਹੀ ਠਾਠ ਬਾਠ ਹੋਵੇ ਤੇ ਭਾਵੇਂ ਕਿਤੇ ਚਰਖੜੀਆਂ ਦੇ ਝੂਟੇ ਹੋਣ, ਤੇਗਾਂ ਦੀਆਂ ਛਣਕਾਟ ਹੋਣ, ਭਾਵੇਂ ਤੱਤੀਆਂ ਤਵੀਆਂ ਦੇ ਉੱਤੇ ਬਹਿਣਾ ਪੈ ਜਾਵੇ, ਭਾਵੇਂ ਜੋ ਹੈ ਉਹ ਖੋਪਰ ਲੈ ਜਾਣ, ਉਹ ਸਿੱਖੀ ਤੋਂ ਮੂੰਹ ਨਾ ਮੋੜੇ। ਪਰ ਉਹ ਉਦੋਂ ਹੀ ਹੋ ਸਕਦਾ ਹੀ ਹੈ ਜਦੋਂ ਸਿੱਖੀ ਅੰਦਰ ਪੂਰਨ ਤੌਰ ਦੇ ਉੱਤੇ ਪਰਿਪੱਕ ਹੋ ਜਾਵੇ। ਤੇ ਭਾਈ ਮੰਝ ਜੀ ਦਾ ਜੀਵਨ ਸਾਨੂੰ ਇਹੋ ਸੇਧ ਬਖਸ਼ ਰਿਹਾ, ਇਹੋ ਸੁਨੇਹਾ ਦੇ ਰਿਹਾ ਕਿ ਗੁਰੂ ਕੀ ਸਿੱਖੋ, ਆਓ ਸਿੱਖੀ ਦੇ ਉੱਤੇ ਹੋਰ ਸਿੱਖੀ ਜੋ ਉਹਨੂੰ ਨਾ ਟਿਕਾਈਏ। ਸਿੱਖੀ ਕੇਵਲ ਗੁਰੂ ਦੀ ਹੈ, ਇਹਨੂੰ ਆਪਣੇ ਅੰਦਰ ਵਸਾ ਲਈਏ, ਪੂਰਨ ਤੌਰ ਦੇ ਉੱਤੇ ਗੁਰੂ ਨੂੰ ਸਮਰਪਿਤ ਹੋਈਏ। ਤੇ ਜੇ ਕਦੇ ਗੁਰੂ ਦੀ ਸਿੱਖੀ ਦੇ ਉੱਤੇ ਹੋਰ ਕਈ ਸਿੱਖੀ ਦੀਆਂ ਪੰਡਾਂ ਨੂੰ ਚੁੱਕ ਕੇ ਫਿਰਾਂਗੇ ਤਾਂ ਫਿਰ
ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦੇ, ਗੁਰੂ ਘਰ ਦੇ ਅੰਦਰ ਪ੍ਰਵਾਨ ਨਹੀਂ ਹੋ ਸਕਦੇ। ਗੁਰੂ ਬਖਸ਼ਿਸ਼ ਕਰੇ ਭਾਈ ਮਨ ਜੀ ਦੇ ਜੀਵਨ ਤੋਂ ਸਾਡੇ ਜੀਵਨ ਦੇ ਅੰਦਰ ਜ਼ਰੂਰ ਸਾਨੂੰ ਸੇਧ ਲੱਭੇ। ਅਸੀਂ ਆਪਣੇ ਜੀਵਨ ਨੂੰ ਉਹਨਾਂ ਦੀ ਮਹਾਨ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰੀਏ, ਤਾਂ ਕਿ ਸਾਡੇ ਅੰਦਰ ਵੀ ਸਿੱਖੀ ਦੀ ਜਾਗ ਲੱਗੇ, ਸਿੱਖੀ ਵਿੱਚ ਅਸੀਂ ਪਰਪੱਕ ਹੋਈਏ ਅਤੇ ਫਿਰ ਦੁਨੀਆ ਕਹਿ ਸਕੇ ਕਿ ਸੱਚ ਦੇ ਵਿੱਚ ਗੁਰੂ ਨਾਨਕ ਦਾ ਸਿੱਖ ਜੋ ਹੈ ਉਹ ਸਿੱਖੀ ਨੂੰ ਛੱਡ ਕੇ ਕਿਤੇ ਜਾ ਨਹੀਂ ਸਕਦਾ। ਇਹ ਘਟਨਾ ਸੁਣੀ ਸੀ ਕਿ ਕਿਤੇ ਕੋਈ ਧੂਣੀ ਲਾ ਕੇ ਬੈਠਾ ਹੈ, ਸੁਆਹ ਉਹਦੇ ਕੋਲ ਹੈ, ਚਿਮਟਾ ਉਹਨੇ ਵਿੱਚ ਰੱਖਿਆ ਹੈ, ਲੋਕੀ ਆਉਂਦੇ ਨੇ ਉਹਦੇ ਕੋਲ ਮੱਥੇ ਟੇਕਦੇ ਨੇ, ਉਹ ਥੋੜੀ ਜਿਹੀ ਉਹ ਸੁਆਹ ਚੁੱਕ ਕੇ ਮੱਥੇ ਦੇ ਉੱਤੇ ਲਾ ਛੱਡਦਾ। ਜਦੋਂ ਦੁਨੀਆ ਤਾਂ ਜਾ ਰਹੀ ਸੀ, ਇੱਕ ਸਿੱਖ ਉਹਦੇ ਕੋਲ ਪਹੁੰਚਿਆ, ਉਹਨੇ ਜਾ ਕੇ ਬਾਬੇ ਨੂੰ ਨਮਸਕਾਰ ਕੀਤੀ, ਬਾਬੇ ਨੂੰ ਮੱਥਾ ਟੇਕਿਆ। ਬਾਬੇ ਨੇ ਅੱਗੋਂ ਸੁਆਹ ਚੁੱਕੀ, ਕਹਿਣ ਲੱਗਿਆ, ਸਿੱਖਾ ਗੁਰੂ ਦਾ ਦਰ ਕੇ ਛੱਡ ਕੇ ਆਇਆ ਹੈ, ਗੁਰੂ ਦੇ ਕੋਲ ਹੁੰਦਾ ਤੇ ਗੁਰੂ ਨੇ ਖਜ਼ਾਨਿਆਂ ਦੇ ਨਾਲ ਤੇਰੇ ਜੀਵਨ ਨੂੰ ਸੇਵਾ ਸਿਮਰਨ ਸਚਾਈ ਸਿਦਕ ਸੰਜਮ ਦਇਆ ਪਰਉਪਕਾਰ ਨਾਲ ਭਰਪੂਰ ਕਰ ਦੇਣਾ ਸੀ, ਤੇਰੇ ਉੱਤੇ ਬਖਸ਼ਿਸ਼ਾਂ ਕਰਨੀਆਂ ਸਨ, ਤੇਰੇ ਹਲਤ ਤੇ ਪਲਤ ਨੂੰ ਸਵਾਰਨਾ ਸੀ। ਹੁਣ ਜੇ ਕਿਤੇ ਗੁਰੂ ਦਾ ਦਰ ਛੱਡ ਕੇ ਮੇਰੇ ਕੋਲ ਆ ਹੀ ਗਿਆ ਤੇ ਮੇਰੇ ਕੋਲ ਇਹ ਸੁਆਹ ਹੀ ਹੈ, ਇਹੀਓ ਮੇਰੇ ਕੋਲੋਂ ਲੱਭ ਸਕਦੀ ਹੈ। ਆਓ ਕੋਸ਼ਿਸ਼ ਕਰੀਏ, ਜਿਨ੍ਹਾਂ ਦੇ ਕੋਲ ਜਾਂਦੇ ਆ ਉਹ ਵੀ ਹੱਸਦੇ ਨੇ ਕਿ ਨਾਨਕ ਦਾ ਸਿੱਖ, ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਜੇ ਕਿਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਨੂੰ ਛੱਡ ਕੇ ਆ ਰਿਹਾ, ਫਿਰ ਇਸ ਤੋਂ ਵੱਡਾ ਦੁਨੀਆ ਦੇ ਅੰਦਰ ਬਦਕਿਸਮਤ ਕੋਈ ਨਹੀਂ ਜੋ ਪਿਤਾ ਦੇ ਖਜ਼ਾਨੇ ਨੂੰ ਛੱਡ ਕੇ ਆ ਕੇ ਮੰਗਤਿਆਂ ਦੀ ਤਰ੍ਹਾਂ ਥਾਂ ਥਾਂ ਦੇ ਉੱਤੇ ਹੱਥ ਪਸਾਰ ਰਿਹਾ। ਸੋ ਆਓ ਕੋਸ਼ਿਸ਼ ਕਰੀਏ, ਇਹਨਾਂ ਮਹਾਨ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲਈਏ। ਬੋਲਦਿਆਂ ਜ਼ਰੂਰ ਬਾਤ ਘੱਟ ਲਫ਼ਜ਼ ਨਿਕਲੇ ਹੋਣਗੇ, ਸੰਗਤ ਬਖਸ਼ਣਯੋਗ ਹੈ। ਆਸ ਹੈ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।